ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅੱਜ ਅਸੀਂ ਸ਼ਬਦ ਲੈ ਕੇ ਆਏ ਹਾਂ, ਜੈ ਜੈ ਜੈਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰਨ ਜੈ ਤੇਗੰ। ਜਦੋਂ ਸੰਗਤ ਜੀ ਇਹ ਵਾਲਾ ਸ਼ਬਦ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਖੰਡੇ ਬਾਟੇ ਦੀ ਪਹੁਲ ਤਿਆਰ ਕਰ ਰਹੇ ਸੀ, ਪਾਤਸ਼ਾਹ ਨੇ ਇਹ ਸ਼ਬਦ ਵੀ ਉਦੋਂ ਸਾਰੀ ਬੀਰ ਰਸ ਦੀਆਂ ਬਾਣੀਆਂ ਉਚਾਰੀਆਂ ਸੀ। ਜਦੋਂ ਅਸੀਂ ਸੰਗਤ ਜੀ ਗੁਰਦੁਆਰੇ ਜਾਂਦੇ ਹਾਂ, ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਦੋਂ ਅਸੀਂ ਨਤਮਸਤਕ ਹੁੰਨੇ ਆ, ਮੱਥਾ ਟੇਕਦੇ ਆ, ਤੇ ਅਸੀਂ ਸ਼ਸਤਰਾਂ ਨੂੰ ਵੀ, ਪਾਤਸ਼ਾਹ ਦੇ ਸ਼ਸਤਰਾਂ ਨੂੰ ਵੀ ਅਸੀਂ ਮੱਥਾ ਟੇਕਦੇ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਤੁਸੀਂ ਦੇਖਿਆ ਹੋਏਗਾ ਕਿ ਸ਼ਸਤਰ ਸਜਾਏ ਹੁੰਦੇ ਨੇ, ਤੇ ਅਸੀਂ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਨੇ ਆ, ਮੱਥਾ ਟੇਕਦੇ ਆ, ਅਸੀਂ ਪਾਤਸ਼ਾਹ ਦੇ ਸ਼ਸਤਰਾਂ ਨੂੰ ਵੀ। ਔਰ ਇਹ ਸ਼ਸਤਰ, ਇਹ ਖਾਲਸਾ ਦੀ ਪਹਿਚਾਨ ਹੈ। ਬਾਣਾ ਔਰ ਸ਼ਸਤਰ ਇਹ ਖਾਲਸਾ ਦੀ ਪਹਿਚਾਨ ਹੈ। ਤੇ ਪਾਤਸ਼ਾਹ ਨੇ ਇਹ ਬੀਰ ਰਸ ਦਾ ਸ਼ਬਦ ਵੀ ਉੱਥੇ ਉਚਾਰਿਆ ਸੀ ਜਦੋਂ ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਰਹੇ ਸੀ। ਤੇ ਇਹ ਸ਼ਬਦ ਹੈ ਖਗ ਖੰਡ ਬਿਹੰਡੰਗ। ਖਗ ਕਹਿੰਦੇ ਨੇ ਸੰਗਤ ਜੀ ਤਲਵਾਰ ਨੂੰ, ਤੇਗ ਨੂੰ। ਖਗ ਖੰਡ, ਖੰਡ ਕਹਿੰਦੇ ਨੇ ਟੁਕੜੇ ਨੂੰ। ਬਿਹੰਡੰਗ ਜਦੋਂ ਟੁਕੜੇ ਅੱਛੀ ਤਰ੍ਹਾਂ ਕੀਤੇ ਜਾਂਦੇ ਨੇ। ਖਗ ਖੰਡ ਬਿਹੰਡੰਗ, ਕਿ ਤਲਵਾਰ ਉਹੀ ਚੰਗੀ ਹੈ, ਉਹੀ ਤਲਵਾਰ ਚੰਗੀ ਹੈ, ਉਸ ਹੀ ਤਲਵਾਰ ਦੀ ਜੈ ਹੈ। ਕਿਉਂਕਿ ਸੰਗਤ ਜੀ ਕੋਈ ਖੁੰਡੀ ਚੀਜ਼ ਹੋਏ ਉਹ ਤੇ ਸਾਡੇ ਕੰਮ ਦੀ ਨਹੀਂ ਹੁੰਦੀ। ਅਸੀਂ ਘਰ 'ਚ ਸਿਰਫ ਅਗਰ ਸਬਜ਼ੀ ਕੱਟਣੀ ਹੋਏ ਨਾ, ਤੇ ਅਸੀਂ ਕਹਿੰਦੇ ਆ ਇਹ ਜੀ ਚਾਕੂ ਦੀ ਧਾਰ ਅੱਛੀ ਹੈ, ਇਹ ਚਾਕੂ ਅੱਛਾ ਹੈ, ਇਹ ਚਾਕੂ ਵਧੀਆ ਹੈ, ਇਹ ਅੱਛਾ ਕੱਟਦਾ ਹੈ। ਤੇ ਜਦੋਂ ਯੁੱਧ ਦਾ ਸਮੇਂ ਹੁੰਦਾ ਹੈ, ਜਦੋਂ ਜੰਗ ਦਾ ਸਮੇਂ ਹੁੰਦਾ ਹੈ, ਉਦੋਂ ਉਹੀ ਸ਼ਸਤਰ ਅੱਛਾ ਹੁੰਦਾ ਹੈ ਜੋ ਕਿ ਸ਼ਸਤਰ ਕੰਮ ਆਉਂਦਾ ਹੈ। ਤੇ ਇੱਥੇ ਪਾਤਸ਼ਾਹ ਨੇ ਕਿਹਾ ਹੈ ਉਹੀ ਤਲਵਾਰ ਚੰਗੀ ਹੈ ਜਿਹੜੀ ਕਿ ਅੱਛੀ ਤਰ੍ਹਾਂ ਟੁਕੜੇ ਕਰੇ। ਖਲ ਦਲ ਬਿਹੰਡੰਗ, ਖਲ ਦਲ ਕੀ ਹੁੰਦਾ ਹੈ ਕਿ ਜੋ ਉਹੀ ਤਲਵਾਰ ਅੱਛੀ ਹੈ ਕਿ ਜਿਹੜੀ ਦੁਸ਼ਟਾਂ ਦਾ, ਖਲ ਦਲ ਹੁੰਦਾ ਹੈ ਜਿਹੜੇ ਦੁਸ਼ਟ, ਖਲ ਦੁਸ਼ਟ, ਦਲ ਜੋ ਦੁਸ਼ਟਾਂ ਦੇ ਦਲ ਨੂੰ ਉਹ ਨਸ਼ਟ ਕਰੇ। ਔਰ ਅਤ ਰਣ ਮੰਡੰਗ ਬਿਹੰਡੰਗ, ਔਰ ਉਹੀ ਸ਼ਸਤਰ ਅੱਛਾ ਹੈ, ਉਹੀ ਤਲਵਾਰ ਚੰਗੀ ਹੈ, ਉਹੀ ਤਲਵਾਰ ਦੀ ਜੈ ਹੈ ਜਿਹੜੀ ਕਿ ਯੁੱਧ ਨੂੰ ਸੁਸੱਜਿਤ ਕਰਦੀ ਹੈ। ਕਿਉਂਕਿ ਯੁੱਧ ਬਿਨਾਂ ਤੇਗ ਦੇ ਤੁਸੀਂ ਜਿੱਤ ਨਹੀਂ ਸਕਦੇ। ਤੇ ਅਜਿਹੀ ਜੋ ਇਹੋ ਜੀ ਜੋ ਬਲਵਾਨ ਤੇਗ ਹੈ, ਉਹਨੂੰ ਨਮਸਕਾਰ ਹੈ, ਉਹਦੀ ਹੀ ਜੈ ਹੈ। ਔਰ ਅੱਗੇ ਅੱਗੇ ਪਾਤਸ਼ਾਹ ਕੀ ਲਿਖਦੇ ਨੇ, ਭੁਜ ਦੰਡ ਅਖੰਡੰਗ। ਭੁਜ ਕਹਿੰਦੇ ਨੇ ਬਾਹਾਂ ਨੂੰ, ਭੁਜਾ ਜਿਸ ਤਰ੍ਹਾਂ ਸੰਸਕ੍ਰਿਤ ਵਰਡ ਹੈ ਭੁਜਾ, ਬਾਂਹ। ਇਹ ਜਿਹੜੀ ਤਲਵਾਰ ਹੈ ਇਹ ਇੱਕ ਖਾਲਸੇ ਦੀ ਬਾਂਹ ਹੈ। ਇਹ ਇਹੋ ਜੀ ਬਲਵਾਨ ਇਹ ਬਾਂਹ ਹੈ ਕਿ ਜਿਹਦੇ ਆਪ ਖੰਡ ਨਹੀਂ ਹੋ ਸਕਦੇ। ਅਗਰ ਤਲਵਾਰ ਟੁੱਟ ਜਾਏ ਤੇ ਉਹ ਬੇਕਾਰ ਹੈ। ਉਹ ਇਹੋ ਜੀ ਅਖੰਡ, ਉਹ ਭੁਜਾ ਹੈ ਖਾਲਸੇ ਦੀ। ਤੇਜ ਪ੍ਰਚੰਡ ਜੋਤ ਅਮੰਡੰਗ ਭਾਨ ਪ੍ਰਭੰਗ, ਕਹਿੰਦੇ ਨੇ ਕਿ ਉਹ ਤੇਜ ਪ੍ਰਚੰਡ, ਉਹ ਪ੍ਰਚੰਡ, ਉਹ ਬਹੁਤ ਤੇਜ ਵਾਲੀ ਇਹ ਸ਼ਸਤਰ ਹੈ, ਇਹ ਤਲਵਾਰ ਹੈ। ਅਤੇ ਇਹ ਜੋਤ ਅਮੰਡੰਗ, ਭਾਨ, ਭਾਨ ਕਹਿੰਦੇ ਨੇ ਸੂਰਜ ਨੂੰ, ਜੋਤ ਕਹਿੰਦੇ ਨੇ ਰੋਸ਼ਨੀ ਨੂੰ। ਔਰ ਇਹ ਜਿਹੜੀ ਤਲਵਾਰ ਹੈ ਜੋ ਸੂਰਜ ਦੀ ਤਰ੍ਹਾਂ ਵੀ ਚਮਕਦਾ ਹੋਏ ਨਾ, ਜਿਸ ਤਰ੍ਹਾਂ ਉਸ ਸਮੇਂ ਤੇ ਤੁਰਕਾਂ ਦੀ ਬੜੀ ਸੰਗਤ ਜੀ, ਤੁਰਕ ਬੜੀ ਬਹੁਤ ਉੱਚੀ ਫੌਜ ਦੇ ਮਾਲਕ ਸੀ, ਤੁਰਕਾਂ ਦਾ ਬੜਾ ਰਾਜ ਸੀ, ਤੁਰਕਾਂ ਦੀ ਸ਼ਾਨੋ ਸ਼ੌਕਤ ਬੜੀ ਸੀ ਕਿ ਜੋ ਤੇਜ ਸੂਰਜ ਵਾਂਗੂ ਵੀ ਜੋ ਚਮਕਦਾ ਹੋਵੇ, ਉਹਨੂੰ ਨਸ਼ਟ ਕਰਨ ਵਾਲੀ ਕੌਣ ਹੁੰਦੀ ਹੈ? ਉਹਨੂੰ ਤਲਵਾਰ। ਕਿਉਂਕਿ ਸ਼ਕਤੀ ਹੀ ਵੱਡੇ ਵੱਡਿਆਂ ਨੂੰ ਘੁਟਨੇ ਟਿਕਾ ਸਕਦੀ ਹੈ। ਕਿ ਉਹ ਜੋ ਸ਼ੋਭਾ ਜੋ ਸੂਰਜ ਦੀ ਤਰ੍ਹਾਂ ਵੀ ਚਮਕਦਾ ਹੋਏ ਨਾ, ਜੋਤ ਅਮੰਡੰਗ ਭਾਨ ਪ੍ਰਭੰਗ, ਕਿ ਅਗਰ ਕੋਈ ਸੂਰਜ ਦੀ ਤਰ੍ਹਾਂ ਵੀ ਚਮਕਦਾ ਹੈ ਨਾ, ਤੇ ਉਹਨੂੰ ਵੀ ਫਿੱਕਾ ਕੌਣ ਕਰ ਸਕਦਾ ਹੈ?
ਉਹਨੂੰ ਤਲਵਾਰ ਫਿੱਕਾ ਕਰ ਸਕਦੀ ਹੈ। ਤੇ ਐਸੀ ਤਲਵਾਰ ਨੂੰ ਨਮਸਕਾਰ ਹੈ, ਐਸੀ ਤੇਗ ਨੂੰ ਜੈ ਹੈ। ਸੁਖ ਸੰਤਾ ਕਰਨੰ, ਔਰ ਇਹ ਇਹੋ ਜੀ ਤੇਗ, ਇਹ ਜੋ ਸੰਗਤ ਜੀ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ ਕਿ ਜੋ ਸਾਧੂ ਸੰਤ ਜੋ ਤਪ ਕਰਨ ਜਾਂਦੇ ਸੀ ਨਾ, ਤੇ ਉਹਨਾਂ ਨੂੰ ਜਿਹੜੇ ਦੁਸ਼ਟ ਲੋਕੀ ਹੁੰਦੇ ਸੀ ਨਾ, ਬੜਾ ਤੰਗ ਕਰਦੇ ਸੀ। ਤੇ ਇਹ ਅਸੀਂ ਕਿਤਾਬਾਂ 'ਚ ਵੀ ਪੜ੍ਹਿਆ ਹੋਇਆ, ਛੋਟੇ ਹੁੰਦੇ ਅਸੀਂ ਕਹਾਣੀਆਂ 'ਚ ਵੀ ਪੜ੍ਹਦੇ ਸੀ। ਤੇ ਉਹਨਾਂ ਦੇ ਰੱਖਿਆ ਕੌਣ ਕਰਦਾ ਹੈ? ਤਲਵਾਰ ਰੱਖਿਆ ਕਰਦੀ ਹੈ। ਕਿ ਉਹ ਜਿਹੜੀ ਤਲਵਾਰ ਹੈ, ਜੋ ਤੇਗ ਹੈ, ਇਹੋ ਜੀ ਤੇਗ ਨੂੰ ਨਮਸਕਾਰ ਹੈ ਜੋ ਸੰਤਾਂ ਨੂੰ ਸੁਖ ਦਿੰਦੀ ਹੈ। ਸੁਖ ਸੰਤਾ ਕਰਨੰ, ਇਹ ਸੰਤਾਂ ਨੂੰ ਸੁਖ ਪਹੁੰਚਾਉਂਦੀ ਹੈ। ਦੁਰਮਤ, ਦੁਰਮਤ ਮਤਲਬ ਕਿ ਬੁਰੀ ਮਤ। ਦੁਰਮਤ ਦਰਨੰ, ਔਰ ਜਿਹੜੇ ਮਾੜੀ ਬੁੱਧੀ ਵਾਲੇ ਹੁੰਦੇ ਨੇ ਨਾ, ਜੋ ਭੈੜੀ ਬੁੱਧੀ ਵਾਲੇ ਲੋਕ ਹੁੰਦੇ ਨੇ, ਜੋ ਸਾਧੂ ਸੰਤਾਂ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਕੀ ਕਰਦੀ ਹੈ? ਦੁਰਮਤ ਦਰਨੰ, ਉਹਨਾਂ ਦਾ ਵੀ ਇਹ ਨਾਸ਼ ਕਰਦੀ ਹੈ। ਕਿਲਬਿਕ ਹਰਣੰ ਅਸ ਸਰਣੰ, ਕਿਲਬਿਕ ਹੁੰਦਾ ਹੈ ਕਿ ਜੋ ਪਾਪਾਂ ਦਾ ਨਾਸ਼ ਕਰਦੇ ਹੈ, ਇਹ ਪਾਪਾਂ ਦਾ ਵੀ ਨਾਸ਼, ਹਰਣੰ ਹਰ ਲੈਂਦੀ ਹੈ, ਪਾਪਾਂ ਨੂੰ ਵੀ ਹਰ ਲੈਂਦੀ ਹੈ। ਅਸ ਸ਼ਰਣੰ, ਮੈਂ ਇਹੋ ਜੀ ਇਹਦੇ ਸ਼ਰਨ 'ਚ ਆਨਾ ਹੈ, ਮੈਂ ਇਸ ਦੀ ਤੇਗ ਦੀ ਸ਼ਰਨ 'ਚ ਆਨਾ ਹੈ। ਪਾਤਸ਼ਾਹ ਨੇ ਇਹਨੂੰ ਬਹੁਤ ਮਹੱਤਵ ਦਿੱਤਾ ਹੈ ਤੇਗ ਨੂੰ। ਜੈ ਜੈ ਜਗ ਕਾਰਨ, ਕਿ ਹੈ ਜਗ ਦਾ ਕਾਰਨ। ਜੈ ਜੈ ਜਗ ਕਾਰਨ, ਜਗ ਦਾ ਕਾਰਨ ਕੌਣ ਹੈ? ਉਹ ਕਰਤਾ, ਉਹ ਕਰਤਾ ਪੁਰਖ, ਕਿਉਂਕਿ ਉਹੀ ਕਾਰਨ ਬਣਾਉਂਦਾ ਹੈ, ਉਹੀ ਕਰਦਾ ਹੈ। ਕਾਰਨ ਵੀ ਉਹੀ ਕਰਦਾ ਹੈ ਔਰ ਕਰਤਾ ਵੀ ਉਹੀ ਹੁੰਦਾ ਹੈ। ਕਿ ਇਹੋ ਜੇ ਜਗ ਦੇ ਕਾਰਨ ਸਰੂਪ ਨੂੰ ਇਹੋ ਜੇ ਮੈਂ ਜੈ ਕਰਦਾ ਹਾਂ। ਜੈ ਜੈ ਜਗ ਕਾਰਨ, ਔਰ ਕੌਣ ਕਾਰਨ? ਤੇਰੀ ਸ੍ਰਿਸ਼ਟ ਉਬਾਰਨ, ਕਿ ਤੇਰੀ ਜੈ ਜੈਕਾਰ ਹੋਵੇ। ਕਿਉਂ? ਕਿਉਂਕਿ ਤੂੰ ਸ੍ਰਿਸ਼ਟੀ ਨੂੰ ਉਬਾਰਨ ਵਾਲਾ ਹੈ। ਮਮ ਪ੍ਰਤਿਪਾਰਨ ਜੈ ਤੇਗੰ, ਔਰ ਮਮ ਪ੍ਰਤਿਪਾਰਨ ਮਤਲਬ ਉਹ ਸਾਡੀ ਵਾਹਿਗੁਰੂ ਸਾਡੀ ਸਾਰਿਆਂ ਦੀ ਰੱਖਿਆ ਕਰਦਾ ਹੈ, ਉਹ ਸ੍ਰਿਸ਼ਟ ਨੂੰ ਉਬਾਰਦਾ ਹੈ। ਤੇ ਜੈ ਤੇਗੰ, ਕਿ ਮੈਂ ਇਹੋ ਜੀ ਤੇਰੀ ਤੇਗ ਨੂੰ ਮੈਂ ਨਮਸਕਾਰ ਕਰਦਾ ਹਾਂ, ਮੈਂ ਤੇਰੀ ਇਹੋ ਜੀ ਤੇਗ ਨੂੰ ਜੈ ਹੋਵੇ, ਉਹਦੀ ਤੇਗ ਨੂੰ ਜੈ ਜੈਕਾਰ ਹੋਵੇ। ਤੇ ਸੰਗਤ ਜੀ ਹੁਣ ਦਿਹਾੜਾ ਗਿਆ ਹੈ ਵਿਸਾਖੀ ਦਾ। ਵਿਸਾਖੀ ਦੀਆਂ ਸਭ ਆਪ ਜੀ ਸਭ ਕਥਾਵਾਂ ਸੁਣ ਰਹੇ ਹੋ ਕਿ ਕਥਾਵਾਂ ਸ਼ੁਰੂ ਹੁੰਦੀਆਂ ਨੇ ਸਾਰੇ ਤੋਂ ਪਹਿਲਾਂ ਕਿ ਇਕੱਠ ਹੋਇਆ ਕੇਸ਼ਗੜ੍ਹ ਸਾਹਿਬ ਤੇ ਪਾਤਸ਼ਾਹ ਨੇ ਲਲਕਾਰਿਆ। ਪਰ ਸੰਗਤ ਜੀ ਇਸ ਤੋਂ ਪਹਿਲਾਂ ਪਾਤਸ਼ਾਹ ਨੂੰ ਕਿੰਨੀ ਮੁਸ਼ੱਕਤ ਕਰਨੀ ਪਈ, ਕਿਉਂਕਿ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਡੇ ਸਾਰੇ ਗੁਰੂ ਸੰਗਤ ਜੀ ਇਹ ਕਰਾਮਾਤਾਂ ਤੋਂ ਸੰਕੋਚ ਕਰਦੇ ਰਹੇ ਨੇ। ਇਹਨਾਂ ਦੇ ਹੱਥ 'ਚ ਕੀ ਨਹੀਂ ਸੀ, ਚਾਹੁੰਦੇ ਤੇ ਕੁਝ ਵੀ ਕਰ ਸਕਦੇ ਸੀ, ਪਰ ਉਹਨਾਂ ਨੇ ਅਗਰ ਖਾਲਸਾ ਸਾਜਣ ਦੀ ਉਹਨਾਂ ਨੇ ਸੋਚੀ, ਉਹਨਾਂ ਨੇ ਖਾਲਸਾ ਕਿਉਂ ਸਾਜਿਆ? ਉਹਨਾਂ ਨੇ ਖਾਲਸਾ ਸਾਜਿਆ ਕਿਉਂਕਿ ਧਰਮ ਯੁੱਧ ਵਾਸਤੇ। ਧਰਮ ਸਿਰਫ ਇੱਕ ਰਿਲੀਜਨ ਨਹੀਂ ਹੈ, ਧਰਮ ਹੈ ਕਿ ਅਗਰ ਜਿੱਥੇ ਪਾਪ ਹੋ ਰਿਹਾ ਹੈ, ਪਾਪ ਦਾ ਵੀ ਨਾਸ਼ ਕਰਨਾ ਇੱਕ ਧਰਮ ਹੈ। ਕਿਸੇ ਦੀਨ ਦੀ ਮਦਦ ਕਰਨੀ ਵੀ ਧਰਮ ਹੈ, ਕਿਸੇ ਦੁਖੀ ਦੀ ਮਦਦ ਕਰਨੀ ਵੀ ਧਰਮ ਹੈ। ਇਸ ਲਈ ਧਰਮ ਯੁੱਧ ਮਤਲਬ ਕਿ ਧਰਮ ਦੀ ਰੱਖਿਆ ਕਰਨ ਵਾਸਤੇ ਪਾਤਸ਼ਾਹ ਨੇ ਇਹ ਖਾਲਸਾ ਸਜਾਇਆ। ਔਰ ਸੰਗਤ ਜੀ ਇਹ ਪਤਾ ਹੈ ਕਿ ਬਿਨਾਂ ਹੱਕ ਤੋਂ ਅਗਰ ਸਾਨੂੰ ਆਪਣਾ ਹੱਕ ਲੈਣਾ ਹੋਏ ਨਾ, ਤੇ ਸਾਨੂੰ ਨਾ ਉਹਦੇ ਵਾਸਤੇ ਲੜਨਾ ਪੈਂਦਾ, ਸਾਨੂੰ ਉਹਦੇ ਵਾਸਤੇ ਦ੍ਰਿੜ ਨਿਸ਼ਚੈ ਕਰਨਾ ਪੈਂਦਾ। ਸਾਨੂੰ ਆਪਣੇ ਕਈ ਵਾਰੀ ਸ਼ਬਦ ਕਠੋਰ ਸਾਨੂੰ ਯੂਜ਼ ਕਰਨੇ ਪੈਂਦੇ ਨੇ। ਕਈ ਵਾਰੀ ਜਿਸ ਤਰ੍ਹਾਂ ਪਾਤਸ਼ਾਹ ਨੇ ਤੇਗ ਚੁੱਕੀ, ਸਾਨੂੰ ਆਪਣੇ ਹੱਕ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਤੇ ਬਿਨਾਂ ਯੁੱਧ ਦੇ, ਉਸ ਟਾਈਮ ਦੀ ਇਹ ਗੱਲ ਹੈ, ਬਿਨਾਂ ਯੁੱਧ ਦੇ ਤੇ ਪਾਤਸ਼ਾਹੀ ਮਿਲਣੀ ਨਹੀਂ ਸੀ। ਔਰ ਉਸ ਟਾਈਮ ਤੋਂ ਗੁਰੂਆਂ ਔਰ ਬਾਦਸ਼ਾਹਾਂ ਦੇ ਵਿੱਚ ਇਹ ਸੁਲਹ ਸਫਾਈ ਨਹੀਂ ਰਹੀ। ਜੋ ਉਦੋਂ ਦੀ ਹਕੂਮਤ ਸੀ ਇਹ ਸ਼ੁਰੂ ਤੋਂ ਗੁਰੂਆਂ ਦੇ ਅਗੇਂਸਟ ਰਹੀ ਹੈ। ਕਿਉਂ? ਕਿਉਂਕਿ
ਹਕੂਮਤ ਚਾਹੁੰਦੀ ਸੀ ਕਿ ਸਾਡੇ ਕੋ ਸਭ ਦੱਬ ਕੇ ਰਹਿਣ, ਇਹ ਸਾਡਾ ਧਰਮ ਅਪਣਾਉਣ, ਸਾਡੇ ਗੁਲਾਮ ਬਣ ਕੇ ਰਹਿਣ। ਪਰ ਸਤਿਗੁਰ ਕਹਿੰਦੇ ਸੀ ਕਿ ਸਾਰਿਆਂ ਨੂੰ ਆਜ਼ਾਦੀ ਮਿਲਣੀ ਚਾਹੀਦੀ ਹੈ, ਸਾਰੇ ਇੱਕੋ ਜਿਹੇ ਨੇ। ਜਦ ਵਾਹਿਗੁਰੂ ਨੇ ਸਾਰਿਆਂ ਨੂੰ ਇੱਕੋ ਜਿਹਾ ਬਣਾਇਆ ਹੈ ਤੇ ਇਹਨਾਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਮਿਲਣਾ ਚਾਹੀਦਾ ਹੈ, ਇਹ ਇੱਕੋ ਤਰ੍ਹਾਂ ਜੀਣੇ ਚਾਹੀਦੇ ਨੇ। ਇਸ ਲਈ ਪਾਤਸ਼ਾਹ ਨੇ ਉਹ ਸਾਰੇ ਕੰਮ ਕੀਤੇ ਜੋ ਬਾਦਸ਼ਾਹ ਕਰਦੇ ਸੀ, ਉਹ ਸਾਰੀਆਂ ਚੀਜ਼ਾਂ ਰੱਖੀਆਂ ਜੋ ਉਸ ਵੇਲੇ ਦੇ ਬਾਦਸ਼ਾਹ ਰੱਖਦੇ ਸੀ। ਤੇ ਅਗਰ ਗੁਰੂਆਂ ਚ ਔਰ ਬਾਦਸ਼ਾਹਾਂ ਚ, ਹਕੂਮਤ ਦੇ ਵਿੱਚ ਅਗਰ ਸੰਗਤ ਜੀ ਸੁਲ੍ਹਾ ਸਫਾਈ ਹੁੰਦੀ ਤੇ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਕਿਉਂ ਬਿਠਾਉਂਦੇ? ਅਗਰ ਉਸ ਸਮੇਂ ਚ ਗੁਰੂਆਂ ਔਰ ਬਾਦਸ਼ਾਹ ਹਕੂਮਤ ਦੇ ਵਿੱਚ ਅਗਰ ਸੁਲ੍ਹਾ ਸਫਾਈ ਹੁੰਦੀ ਤੇ ਨੌਵੇਂ ਪਾਤਸ਼ਾਹ ਨੂੰ ਦੀ ਇਹ ਸ਼ਹੀਦੀ ਚਾਂਦਨੀ ਚੌਕ ਦੇ ਵਿੱਚ ਕਿਉਂ ਹੁੰਦੀ? ਤੇ ਪਾਤਸ਼ਾਹ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ, ਕਿਉਂਕਿ ਉਹ ਤੇ ਸੰਗਤ ਜੀ ਜਾਣੀ ਜਾਣ ਸੀ, ਪਰ ਉਹ ਜਦੋਂ ਉਹਨਾਂ ਨੇ ਸਾਰੀਆਂ ਚੀਜ਼ਾਂ ਇਹ ਦੇਖੀਆਂ ਤੇ ਉਹਨਾਂ ਨੂੰ ਲੱਗਿਆ ਕਿ ਸ਼ਸਤਰਾਂ ਤੋਂ ਬਿਨਾਂ, ਸ਼ਸਤਰ ਚੁੱਕੇ ਤੋਂ ਬਿਨਾਂ ਇਹ ਸਾਨੂੰ ਰਾਜ ਨਹੀਂ ਮਿਲਣਾ, ਸਾਨੂੰ ਆਪਣੇ ਹੱਕ ਵਾਸਤੇ ਲੜਨਾ ਪੈਣਾ ਹੈ। ਤੇ ਉਹਨਾਂ ਨੇ ਫਿਰ ਕੀ ਕਿਹਾ? ਹੱਥਾਂ ਬਾਜ ਕਰਾਰਿਆਂ ਵੈਰੀ ਹੋਣ ਨਾ ਮਿੱਤ। ਮਤਲਬ ਕਿ ਹੱਥਾਂ ਬਾਜ ਕਰਾਰਿਆਂ, ਕਿ ਹੱਥ ਨੂੰ ਕਰਾਰਾ ਕੀਤੇ ਬਗੈਰ ਇਹ ਜਿਹੜੇ ਵੈਰੀ ਨੇ ਨਾ, ਇਹ ਮਿੱਤਰ ਨਹੀਂ ਬਣਨਗੇ। ਕਿ ਬਿਨਾਂ ਸ਼ਸਤਰ ਚੁੱਕੇ, ਜਦੋਂ ਤੱਕ ਅਸੀਂ ਸ਼ਸਤਰ ਨਹੀਂ ਚੁੱਕਾਂਗੇ ਨਾ, ਇਹ ਵੈਰੀਆਂ ਨੂੰ ਇਹ ਸਬਕ ਨਹੀਂ ਸਿਖਾਇਆ ਜਾ ਸਕਦਾ, ਇਹਨਾਂ ਨੂੰ ਇਹ ਮਿੱਤਰ ਨਹੀਂ ਬਣ ਸਕਦੇ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਸੋਚਿਆ, ਜਦੋਂ ਇਹ ਦੇਖਿਆ ਕਿ ਪਾਪ ਕਿੰਨਾ ਵੱਧ ਗਿਆ ਹੈ, ਜ਼ੁਲਮ ਕਿੰਨਾ ਵੱਧ ਗਿਆ ਹੈ, ਤੇ ਉਹਨਾਂ ਨੇ, ਪਾਤਸ਼ਾਹ ਨੇ ਵਿਚਾਰ ਕੀਤਾ ਕਿ ਇਹਨਾਂ ਦਾ ਜਿਹੜੇ ਪਾਪਾਂ ਦਾ ਇਹ ਜਿਹੜਾ ਫਲ ਹੈ, ਇਹ ਉਦੋਂ ਤੱਕ ਨਹੀਂ ਗਿਰੇਗਾ ਜਦੋਂ ਤੱਕ ਇਹ ਪੱਕੇਗਾ ਨਹੀਂ। ਸੰਗਤ ਜੀ ਅਸੀਂ ਦੇਖਦੇ ਹਾਂ ਨਾ ਕਿ ਫਲ ਜਦੋਂ ਤੱਕ ਪੱਕਦਾ ਨਹੀਂ ਉਦੋਂ ਤੱਕ ਪੇੜ ਤੋਂ ਡਿੱਗਦਾ ਨਹੀਂ। ਔਰ ਅਗਰ ਬਿਨਾਂ ਪੱਕੇ ਫਲ ਗਿਰਦਾ ਹੈ ਤੇ ਕਿਸ ਤਰ੍ਹਾਂ ਗਿਰਦਾ ਹੈ? ਜਾਂ ਤੇ ਕਦੀ ਤੂਫਾਨ ਆ ਜਾਏ, ਆਂਧੀ ਆ ਜਾਏ। ਤੇ ਪਾਤਸ਼ਾਹ ਨੇ ਵੀ ਇਹੀ ਵਿਚਾਰ ਕੀਤਾ ਕਿ ਇਹ ਜਿਹੜਾ ਇਹਨਾਂ ਦਾ ਪਾਪਾਂ ਦਾ ਫਲ ਹਾਲੀ ਪੱਕਿਆ ਨਹੀਂ ਹੈ, ਤੇ ਅਗਰ ਇਹ ਹਾਲੀ ਇਹਦੇ ਡਿੱਗਣ ਦਾ ਸਮੇਂ ਨਹੀਂ ਆਇਆ, ਪਰ ਇਹ ਡਿੱਗ ਸਕਦਾ ਹੈ ਜੇ ਇੱਥੇ ਤੂਫਾਨ ਆ ਜਾਏ। ਤੇ ਤੂਫਾਨ ਕਾਹਦਾ ਆਏ? ਪਾਤਸ਼ਾਹ ਨੇ ਸੋਚਿਆ, ਇਹ ਦੂਰ ਅੰਦੇਸ਼ੀ ਸੀ ਪਾਤਸ਼ਾਹ ਦੀ, ਤੇ ਪਾਤਸ਼ਾਹ ਨੇ ਕਿਹਾ ਕਿ ਇਹ ਜਿਹੜਾ ਤੂਫਾਨ ਕਿਹੜਾ ਆਏਗਾ? ਇਹ ਖੰਡੇ ਬਾਟੇ ਦਾ ਤੂਫਾਨ ਆਏਗਾ। ਤੇ ਪਾਤਸ਼ਾਹ ਨੂੰ ਤੇ ਇਹ ਪਤਾ ਸੀ ਕਿ ਮੇਰੇ ਕੋਲ ਸੂਰਮੇ ਹੈਗੇ ਨੇ ਬੜੇ ਸਾਰੇ, ਔਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸੂਰਮਿਆਂ ਦੇ ਡੋਲਿਆਂ 'ਚ, ਦੋਨੋਂ ਪਾਸੇ ਸੂਰਮਿਆਂ ਦੇ ਡੋਲਿਆਂ ਦੇ ਵਿੱਚ ਸੁਖ ਵਸਦਾ ਹੈ। ਕਿਸ ਤਰ੍ਹਾਂ ਸੁਖ ਵਸਦਾ ਹੈ ਸੰਗਤ ਜੀ? ਅਗਰ ਸੂਰਮੇ ਸ਼ਹੀਦ ਹੋ ਜਾਂਦੇ ਨੇ ਜੰਗ ਲੜਦੇ ਹੋਏ ਤੇ ਉਹ ਸੱਚਖੰਡ 'ਚ ਜਾਂਦੇ ਨੇ, ਇਹ ਵੀ ਇੱਕ ਸੁਖ ਹੈ, ਸੱਚਖੰਡ ਦਾ ਸੁਖ। ਔਰ ਅਗਰ ਮੇਰੇ ਸੂਰਮੇ ਜੰਗ ਜਿੱਤ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਰਾਜ ਪ੍ਰਾਪਤ ਹੋ ਜਾਏਗਾ। ਤੇ ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਨੇ ਸੋਚਿਆ ਕਿ ਭਈ ਸਾਨੂੰ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੱਦੀ ਤੇ ਸਾਨੂੰ ਮਿਲੀ ਹੋਈ ਹੈ, ਜਿਹਦਾ ਕਿ ਜਿਸ ਗੱਦੀ ਦੇ ਅੱਗੇ, ਜਿਸ ਬਾਦਸ਼ਾਹੀ ਦੇ ਅੱਗੇ, ਜਿਸ ਗੁਰੂ ਨਾਨਕ ਦੇਵ ਜੀ ਦੀ ਬਾਦਸ਼ਾਹੀ ਦੇ ਅੱਗੇ ਦੁਨੀਆ ਦੀ ਸਾਰੀਆਂ ਬਾਦਸ਼ਾਹੀਆਂ ਇਹ ਫਿੱਕੀਆਂ ਨੇ, ਸਾਨੂੰ ਤੇ ਉਹ ਪਹਿਲਾਂ ਹੀ ਪ੍ਰਾਪਤ ਹੈ। ਤੇ ਕਿਉਂ ਨਾ ਅਸੀਂ ਬਾਦਸ਼ਾਹੀ ਆਪਣੇ ਸਿੱਖਾਂ ਨੂੰ ਦਈਏ। ਤੇ ਇਹ ਸੋਚ ਕੇ ਪਾਤਸ਼ਾਹ ਨੇ ਰਵਾਲਸਰ ਦੀ ਧਰਤੀ ਤੇ, ਸੰਗਤ ਜੀ ਜਦੋਂ ਅਸੀਂ ਮਨੀਕਰਨ ਸਾਹਿਬ ਵਾਲੇ ਪਾਸੇ ਜਾਈਏ ਨਾ, ਤੇ ਉੱਥੇ ਰਸਤੇ ਵਿੱਚ ਰਵਾਲ ਸਾਹਿਬ ਸਰ ਆਂਦਾ ਹੈ। ਤੇ ਰਵਾਲਸਰ ਦੀ ਧਰਤੀ ਦੇ ਉੱਤੇ ਪਾਤਸ਼ਾਹ ਨੇ ਜਦੋਂ ਉੱਥੋਂ ਦੇ ਜਿਹੜੇ 22 ਰਾਜੇ, ਜਿਹੜੇ ਪਹਾੜੀ ਰਾਜੇ ਸੀ ਨਾ, 22 ਧਰਾਂ ਦੇ 22 ਜਗ੍ਹਾ ਦੇ ਰਾਜਿਆਂ ਨੂੰ ਬੁਲਾਇਆ ਔਰ ਪਾਤਸ਼ਾਹ ਨੇ ਉੱਥੇ ਮੀਟਿੰਗ ਕੀਤੀ। ਔਰ ਮੀਟਿੰਗ ਵਿੱਚ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਕਦੋਂ ਤੱਕ ਇਹਨਾਂ ਦੀ ਗੁਲਾਮੀ ਕਰਦੇ ਰਹੋਗੇ, ਮੁਗਲਾਂ ਦੀ?
ਤੁਸੀਂ ਕਦੋਂ ਤੱਕ ਤੁਸੀਂ ਆਜ਼ਾਦ ਕਿਉਂ ਨਹੀਂ ਹੁੰਦੇ? ਤੁਸੀਂ ਕਹੋ ਤੇ ਅਸੀਂ ਤੁਹਾਨੂੰ ਰਾਜ ਲੈ ਦਈਏ? ਤੇ ਤੁਸੀਂ ਏਦਾਂ ਕਰੋ, ਤੁਸੀਂ ਸਾਡੇ ਨਾਲ ਤੇਗ ਫੜੋ, ਸ਼ਸਤਰ ਫੜੋ ਤੇ ਤੁਸੀਂ ਸਾਡੇ ਨਾਲ ਲੜੋ, ਅਸੀਂ ਤੁਹਾਨੂੰ ਰਾਜ ਲੈ ਕੇ ਦਿੰਨੇ ਆ, ਤੁਰਕਾਂ ਕੋ ਅਸੀਂ ਤੁਹਾਨੂੰ ਰਾਜ ਲੈ ਕੇ ਦਿੰਨੇ ਆ ਤੇ ਅਸੀਂ ਤੁਸੀਂ ਆਜ਼ਾਦ ਹੋਵੋ। ਕਿਉਂਕਿ ਇਹ ਜਿਹੜੇ ਛੋਟੇ ਰਾਜੇ ਸੀ ਨਾ, ਇਹ ਮੁਗਲਾਂ ਦੇ ਅੰਡਰ ਰਹਿੰਦੇ ਸੀ, ਜੋ ਮੁਗਲ ਕਹਿੰਦੇ ਸੀ ਇਹ ਉਹਨਾਂ ਨੂੰ ਮੰਨਣਾ ਪੈਂਦਾ ਸੀ। ਤੇ ਇਹ ਸੋਚ ਕੇ ਪਾਤਸ਼ਾਹ ਨੇ ਕਿਹਾ, ਕਹਿੰਦੇ ਆ ਕਿ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਓ। ਪਰ ਜਿਹੜੇ ਰਾਜੇ ਸੀ ਨਾ ਸੰਗਤ ਜੀ, ਉਹਨਾਂ 'ਚ ਹੰਕਾਰ ਸੀ। ਉਹ ਕਹਿੰਦੇ ਅੰਮ੍ਰਿਤ ਅਸੀਂ ਛਕ ਲਾਂਗੇ, ਪਰ ਅਸੀਂ ਇਹ ਨੀਵੀਂ ਜਾਤ ਵਾਲਿਆਂ ਦੇ ਨਾਲ ਬੈਠ ਕੇ ਅਸੀਂ ਅੰਮ੍ਰਿਤ ਨਹੀਂ ਛਕਣਾ। ਤੇ ਇਸ ਜਦੋਂ ਪਾਤਸ਼ਾਹ ਨੇ ਸੁਣਿਆ, ਜਦੋਂ ਉਹਨਾਂ ਨੇ ਕਿਹਾ ਅਸੀਂ ਇਹ ਨੀਵੀਂ ਜਾਤ ਵਾਲਿਆਂ ਦੇ ਨਾਲ ਬੈਠ ਕੇ ਅੰਮ੍ਰਿਤ ਨਹੀਂ ਛਕਣਾ, ਤੇ ਪਾਤਸ਼ਾਹ ਦੇ ਮਨ 'ਚ ਆਇਆ ਕਿ ਇਹ ਤੇ ਹੰਕਾਰੀ ਬੜੇ ਨੇ, ਇਹ ਸੂਰਮੇ ਤੇ ਹੈ, ਹੰਕਾਰੀ ਐਨੇ ਨੇ, ਇਹ ਹਿੰਦੂ ਵੀ ਨੇ, ਪਰ ਇਹ ਬੇਸ਼ੱਕ ਬਾਹਰੋਂ ਰਾਜਪੂਤ ਨੇ, ਹਿੰਦੂ ਨੇ, ਸੂਰਮੇ ਨੇ, ਬਲਸ਼ਾਲੀ ਨੇ, ਪਰ ਅੰਦਰੋਂ ਤੇ ਇਹ ਮੁਗਲ ਹੀ ਨੇ। ਕਿਉਂ? ਕਿਉਂਕਿ ਮੁਗਲਾਂ ਦੇ ਅੰਡਰ ਰਹਿੰਦੇ ਨੇ, ਮੁਗਲਾਂ ਦੇ ਹੇਠ ਰਹਿੰਦੇ ਨੇ, ਮੁਗਲਾਂ ਦੇ ਤੇ ਇਹ ਉਹਨਾਂ ਦੇ ਨਾਲ ਸਾਂਠ ਗਾਂਠ ਰਹਿੰਦੀ ਹੈ। ਤੇ ਪਾਤਸ਼ਾਹ ਨੇ ਸੋਚਿਆ ਕਿ ਜੇ ਅਸੀਂ ਇਹਨਾਂ ਨੂੰ ਬਾਦਸ਼ਾਹੀ ਲੈ ਕੇ ਦਈਏ ਤੇ ਇਹਨਾਂ ਨੇ ਤੇ ਸਾਡਾ ਸ਼ੁਕਰਾਨਾ ਮੰਨਣਾ ਹੀ ਨਹੀਂ, ਇਹਨਾਂ ਨੇ ਤੇ ਬਾਅਦ ਚੋਂ ਕਹਿਣਾ ਕਿ ਅਸੀਂ ਤੇ ਸੂਰਬੀਰ ਸੀ, ਅਸੀਂ ਤੇ ਸ਼ੁਰੂ ਤੋਂ ਹੀ ਅਸੀਂ ਬਲਸ਼ਾਲੀ ਸੀਗੇ, ਅਸੀਂ ਤੇ ਰਾਜਪੂਤ ਸੀ। ਤੇ ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਨੇ ਕਿਹਾ, ਕਹਿੰਦੇ ਆ ਅਸੀਂ ਇਹਨਾਂ ਨੂੰ ਮੁਫਤ 'ਚ ਇਹਨਾਂ ਨੂੰ ਕਿਉਂ ਲੈ ਕੇ ਦਈਏ ਰਾਜ? ਅਸੀਂ ਜੇ ਰਾਜ ਲੈ ਕੇ ਦੇਣਾ ਹੀ ਹੈ ਤੇ ਅਸੀਂ ਆਪਣੇ ਪੁੱਤਰਾਂ ਨੂੰ ਕਿਉਂ ਨਾ ਲੈ ਕੇ ਦਈਏ? ਤੇ ਫਿਰ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਨੇ, ਕਿਤ ਮੂੰਹ ਪੁੱਤ ਬੇਗਾਨੇ ਚੁਮਈਏ। ਕਹਿੰਦੇ ਜੇ ਆਪਣਾ ਪੁੱਤਰ ਘਰ ਹੈਗਾ ਹੈ ਤੇ ਅਸੀਂ ਦੂਜੇ ਦੇ ਪੁੱਤਰਾਂ ਦਾ ਮੂੰਹ ਕਿਉਂ ਚੁੰਮੀਏ? ਤੇ ਪਾਤਸ਼ਾਹ ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਇਹ ਵੀ ਸੋਚਦੇ ਨੇ, ਕਹਿੰਦੇ ਨੇ ਕਿ ਜੇ ਇਹਨਾਂ ਨੂੰ ਰਾਜ ਲੈਤਾ ਪਹਾੜੀ ਰਾਜਿਆਂ ਨੂੰ, ਇਹ ਤੇ ਬੜੇ ਅਕ੍ਰਿਤ ਘਣ ਨੇ। ਕਿਉਂ? ਕਿਉਂਕਿ ਜਦੋਂ 6ਵੇਂ ਪਾਤਸ਼ਾਹ ਸ਼੍ਰੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਦੋਂ ਇਹ ਗਵਾਲੀਅਰ ਦੇ ਕਿਲੇ ਤੋਂ ਇਹ ਜਦੋਂ ਰਾਜਿਆਂ ਨੂੰ ਰਿਹਾ ਕਰਕੇ ਲਿਆਂਦੇ ਨੇ ਆਪਣੇ ਨਾਲ ਨਾ ਸੰਗਤ ਜੀ, ਉਦੋਂ ਇੱਕ ਇਹ ਉਸ ਟਾਈਮ ਦਾ ਜਦੋਂ ਹੁਣ ਅਨੰਦਪੁਰ ਸਾਹਿਬ ਦਾ ਇੱਕ ਹੁੰਦਾ ਹੈ ਰਾਜਾ ਭੀਮ ਚੰਦ, ਜੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬੜਾ ਅਗੇਂਸਟ ਰਿਹਾ ਹੈ, ਉਹ ਮੁਗਲਾਂ ਨਾਲ ਮਿਲ ਗਿਆ ਹੁੰਦਾ ਹੈ। ਭੀਮ ਚੰਦ ਦੇ ਦਾਦੇ ਨੂੰ ਤਾਰਾ ਚੰਦ, ਭੀਮ ਚੰਦ ਦੇ ਦਾਦੇ ਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਤੋਂ ਆਪਣੇ ਨਾਲ ਇਹਨੂੰ ਛੁਡਾਇਆ ਹੁੰਦਾ ਹੈ। ਔਰ ਉਹਦੇ ਜਦੋਂ ਆਂਦਾ ਹੈ, ਜਦੋਂ ਛੁੱਟ ਕੇ ਆਂਦਾ ਹੈ ਤੇ ਭੀਮ ਚੰਦ ਦਾ ਜਿਹੜਾ ਫਾਦਰ, ਜਿਹੜਾ ਤਾਰਾ ਚੰਦ ਨੂੰ ਜਿਹਨੂੰ ਛੁਡਾਇਆ ਹੁੰਦਾ ਹੈ ਨਾ, ਇਹਦਾ ਪੁੱਤਰ ਹੁੰਦਾ ਹੈ ਦੀਪ ਚੰਦ। ਜਦੋਂ ਤਾਰਾ ਚੰਦ ਦੀ ਅਕਾਲ ਚਲਾਣਾ ਹੁੰਦਾ ਹੈ ਨਾ, ਤੇ ਦੀਪ ਚੰਦ ਨੂੰ ਜਦੋਂ ਪਗੜੀ ਬੰਨੀ ਜਾਂਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਆਪ ਜਾਂਦੇ ਨੇ ਉਹਦੀ ਪਗੜੀ ਦੀ ਰਸਮ ਕਰਵਾਉਣ ਵਾਸਤੇ। ਤੇ ਉੱਥੇ ਜਦੋਂ ਜਾਂਦੇ ਨੇ ਤੇ ਤਾਰਾ ਚੰਦ ਦੀ, ਭੀਮ ਚੰਦ ਦੀ ਜਿਹੜੀ ਦਾਦੀ ਹੁੰਦੀ ਹੈ, ਤਾਰਾ ਚੰਦ ਦੀ ਜਿਹੜੀ ਵਾਈਫ ਹੁੰਦੀ ਹੈ ਰਾਣੀ, ਇਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੀ ਹੈ ਪਾਤਸ਼ਾਹ, ਮੈਂ ਆਪ ਜੀ ਨੂੰ ਇਹ ਜ਼ਮੀਨ ਮੈਂ ਆਪ ਜੀ ਨੂੰ ਭੇਟਾ ਕਰਨਾ ਚਾਹਨੀ ਹਾਂ, ਜੋ ਅਨੰਦਪੁਰ ਸਾਹਿਬ ਦੀ ਸੰਗਤ ਜੀ ਜਗ੍ਹਾ ਹੈ। ਉਹ ਕਹਿੰਦੇ ਪਾਤਸ਼ਾਹ ਮੈਂ ਇਹ ਤੁਹਾਨੂੰ ਆਪ ਜੀ ਨੂੰ ਭੇਟਾ ਕਰਨਾ ਚਾਹੁੰਦੀ ਹਾਂ। ਤੇ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਕਹਿੰਦੇ ਨੇ ਰਾਣੀ ਠੀਕ ਹੈ, ਤੁਸੀਂ ਇਹ ਭੇਟਾ ਕਰਨੀ ਚਾਹੁੰਦੇ ਹੋ, ਪਰ ਅਸੀਂ ਏਦਾਂ ਨਹੀਂ ਲਵਾਂਗੇ। ਇੱਕ ਤੇ ਸਾਨੂੰ ਲਿਖ ਕੇ ਦਵੋ ਕਿ ਤੁਸੀਂ ਸਾਨੂੰ ਇਹ ਜ਼ਮੀਨ ਦੇ ਰਹੇ ਹੋ, ਔਰ ਦੂਸਰਾ ਅਸੀਂ ਇਹ ਬਿਨਾਂ ਪੈਸੇ ਦਿੱਤੇ ਅਸੀਂ ਇਹ ਜ਼ਮੀਨ ਨਹੀਂ ਲੈਣੀ। ਤੇ ਰਾਣੀ ਕਹਿੰਦੀ ਹੈ ਨਹੀਂ ਪਾਤਸ਼ਾਹ ਤੁਸੀਂ ਕੀ, ਕਿਉਂਕਿ ਉਹ ਜੋ ਰਾਣੀ ਹੁੰਦੀ ਹੈ ਨਾ, ਉਹ ਗੁਰੂ ਘਰ ਦੀ ਪ੍ਰੇਮਣ ਹੁੰਦੀ ਹੈ। ਕਹਿੰਦੀ ਹੈ ਨਹੀਂ ਪਾਤਸ਼ਾਹ ਮੈਂ ਆਪ ਜੀ ਨੂੰ ਭੇਟਾ ਕਰਨਾ ਚਾਹੁੰਦੀ ਹਾਂ। ਤੇ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਪੈਸੇ ਦਿੱਤੇ ਬਗੈਰ ਅਸੀਂ ਇਹ ਜਗ੍ਹਾ ਨਹੀਂ ਲੈਣੀ। ਤੇ ਫਿਰ ਰਾਣੀ ਕਹਿੰਦੀ ਹੈ ਠੀਕ ਹੈ ਪਾਤਸ਼ਾਹ, ਤੁਸੀਂ
ਜ਼ਿਆਦਾ ਨਹੀਂ ਤੇ ਤੁਸੀਂ 500 ਰੁਪਏ ਦੇ ਦਿਓ। ਤੇ ਸੰਗਤ ਜੀ ਉਸ ਟਾਈਮ ਤੇ ਜੋ ਅਨੰਦਪੁਰ ਸਾਹਿਬ ਦੀ ਜੋ ਜ਼ਮੀਨ ਜੋ ਕਿੰਨੇ ਸੀ 500 ਕਿੱਲੇ, ਮਤਲਬ ਕਿ ਅਰਾਊਂਡ 5-6 ਮਾਈਲ ਜਿੰਨੇ ਚ ਉਹ ਵਸਿਆ ਹੋਇਆ ਹੈ ਅਨੰਦਪੁਰ ਸਾਹਿਬ ਦਾ, ਉਹ ਸਾਰੀ ਰਾਣੀ ਨੇ ਭੇਟ ਕੀਤੀ ਸੀ, ਜੋ ਕਿ ਪਾਤਸ਼ਾਹ ਨੇ ਪੈਸੇ ਦਿੱਤੇ ਸੀ ਔਰ ਰਜਿਸਟਰੀ ਮਾਤਾ ਨਾਨਕੀ ਜੀ ਦੇ ਨਾਮ ਤੇ ਹੋਈ ਸੀ। ਤੇ ਪਾਤਸ਼ਾਹ ਕਹਿੰਦੇ ਫਿਰ ਉਹਨਾਂ ਦਾ ਜਿਹੜਾ ਪੁੱਤਰ ਸੀ ਅੱਗੇ ਜੋ ਭੀਮ ਚੰਦ ਸੀ ਜਿਹੜਾ, ਉਹ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਗੇਂਸਟ ਹੋ ਗਿਆ ਸੀ। ਕਿਉਂ? ਕਿਉਂਕਿ ਗੁਰੂਆਂ ਦੀ ਉਦੋਂ ਫਿਰ ਬਹੁਤ ਚੜ੍ਹਤ ਹੋਣ ਲੱਗ ਗਈ ਸੀ ਤੇ ਇਹ ਫਿਰ ਉਹਨਾਂ ਕੋਲ ਬਰਦਾਸ਼ਤ ਨਹੀਂ ਹੋਈ। ਤਾਂ ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਕਹਿੰਦੇ ਪਹਾੜੀ ਰਾਜਾ ਤੇ ਬੜੇ ਅਕ੍ਰਿਤ ਘਾਣ ਨੇ, ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ, ਇਹਨਾਂ ਨੇ ਤੇ ਫਿਰ ਕਿਸੇ ਦੇ ਬਣਨਾ ਨਹੀਂ। ਤੇ ਇਹ ਸਾਰੀਆਂ ਗੱਲਾਂ ਸੋਚ ਕੇ ਤੇ ਪਾਤਸ਼ਾਹ ਕੀ ਕਹਿੰਦੇ ਨੇ, ਉਹ ਸੋਚਦੇ ਨੇ ਕਿ ਅਸੀਂ ਆਪਣੇ ਜਿਹੜੇ ਉਹ ਆਪਣੇ ਸਿੱਖ ਨੇ, ਅਸੀਂ ਉਹਨਾਂ ਨੂੰ ਪਾਤਸ਼ਾਹੀ ਇਹ ਲੈ ਕੇ ਦੇਵਾਂਗੇ। ਤੇ ਇਹ ਸੋਚ ਕੇ ਪਾਤਸ਼ਾਹ ਨੇ ਵਿਚਾਰ ਕੀਤੀ ਤੇ ਫਿਰ ਸਾਰਿਆਂ ਨੂੰ ਬੁਲਾਇਆ ਤੇ ਪਾਤਸ਼ਾਹ ਨੇ ਕੀ ਸੋਚਿਆ? ਪਾਤਸ਼ਾਹ ਕਹਿੰਦੇ ਜਿਨਕੀ ਜਾਤ ਗੋਤ ਕੁਲ ਨਹੀਂ, सरदारी भी नहीं कदाही, उन्हीं को सरदार बनाऊं तबे गोबिंद सिंह नाम कहाऊं। कि किन्ना जिन्हां दी जात गोत कुल नहीं हैगी ना, जिन्हां दी बड़ी नीवी है, जिन्हां नू कदी सरदारी मिली नहीं, जो कि कदी सिर चुक ही नहीं पाए, ਉਹਨਾਂ ਨੂੰ ਹੁਣ ਮੈਂ ਸਰਦਾਰ ਬਣਾਵਾਂਗਾ ਤਾਂ ਹੀ ਮੈਂ ਆਪਣਾ ਨਾਮ ਤਬੇ ਗੋਬਿੰਦ ਸਿੰਘ ਨਾਮ ਕਹਾਊਂ। ਔਰ ਉਹ ਸੋਚਦੇ ਨੇ, ਕਹਿੰਦੇ ਇਹਨਾਂ ਨੂੰ ਮੈਂ ਪਾਤਸ਼ਾਹੀ ਲੈ ਕੇ ਦਾਂਗਾ ਨਾ, ਇਹਨਾਂ ਨੂੰ ਮੈਂ ਰਾਜ ਲੈ ਕੇ ਦਾਂਗਾ, ਇਹ ਗਰੀਬ ਬੰਦੇ ਨੇ ਔਰ ਇਹਨਾਂ ਨੂੰ ਜਦੋਂ ਗਰੀਬ ਨੂੰ ਕੋਈ ਚੀਜ਼ ਦਿੱਤੀ ਜਾਂਦੀ ਹੈ ਨਾ, ਕੋਈ ਕੀਮਤੀ ਚੀਜ਼, ਉਹ ਫਿਰ ਸੰਭਾਲ ਕੇ ਵੀ ਰੱਖਦਾ ਹੈ ਔਰ ਉਹਦਾ ਸ਼ੁਕਰਾਨਾ ਵੀ ਕਰਦਾ ਹੈ ਕਿ ਮੈਨੂੰ ਤੁਸੀਂ ਇਹ ਚੀਜ਼ ਦਿੱਤੀ ਹੈ, ਕਿ ਅਸੀਂ ਬੜਾ ਸ਼ੁਕਰਾਨਾ ਕਰਦੇ ਹਾਂ। ਸੰਗਤ ਜੀ ਅਸੀਂ ਸ਼ੁਕਰਾਨਾ ਕਰਦੇ ਹਾਂ, ਪਾਤਸ਼ਾਹ ਨੇ ਸਾਨੂੰ ਸਾਡੇ ਤੇ ਇੰਨੀ ਰਹਿਮਤ ਕੀਤੀ, ਸਾਨੂੰ ਇਹ ਸਰਦਾਰੀਆਂ ਬਖਸ਼ੀਆਂ, ਅਸੀਂ ਸ਼ੁਕਰਾਨਾ ਕਰਦੇ ਹਾਂ। ਤੇ ਇਹ ਸਾਰਾ ਸੋਚ ਕੇ ਤੇ ਪਾਤਸ਼ਾਹ ਨੇ ਸਾਰਿਆਂ ਨੂੰ ਇਕੱਠੇ ਕੀਤਾ। ਜਦੋਂ ਇਕੱਠੇ ਕੀਤਾ ਤੇ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਪੁੱਛਿਆ, ਕਹਿੰਦੇ ਅਸੀਂ ਤੁਹਾਨੂੰ ਰਾਜ ਲੈ ਦਈਏ? ਉਹ ਤੇ ਸੰਗਤ ਜੀ ਜਿਹੜੇ ਗਰੀਬ ਬੰਦੇ ਹੁੰਦੇ ਨੇ, ਜਿਨ੍ਹਾਂ ਦਾ ਕੋਈ ਆਪਣਾ ਸਿਰ ਨਹੀਂ ਚੁੱਕ ਪਾਉਂਦਾ, ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੀ ਨੀਵੀਂ ਜਾਤ ਵਾਲੇ ਹੁੰਦੇ ਸੀ, ਉਹਨਾਂ ਨੂੰ ਕੋਈ ਆਪਣੇ ਲਾਗੇ ਨਹੀਂ ਬੈਠਣ ਦਿੰਦਾ ਸੀ। ਉਹ ਜਿਸ ਰਸਤੇ ਤੋਂ ਨਿਕਲ ਜਾਂਦੇ ਸੀ ਨਾ, ਤੇ ਜਿਹੜੇ ਉੱਚੀ ਜਾਤ ਵਾਲੇ ਹੁੰਦੇ ਸੀ, ਉਹ ਉਸ ਰਸਤੇ ਤੋਂ ਉਹਨੂੰ ਨਿਕਲਣ ਵੀ ਨਹੀਂ ਦਿੰਦੇ ਸੀ, ਨੀਵੀਂ ਜਾਤ ਵਾਲੇ ਨੂੰ, ਕਿ ਤੂੰ ਦੂਜੇ ਰਸਤੇ ਤੋਂ ਜਾਏਗਾ। ਤੇ ਜਦੋਂ ਇਹ ਸਾਰੀਆਂ ਗੱਲਾਂ ਜਦੋਂ ਪਾਤਸ਼ਾਹ ਨੇ ਸੋਚੀਆਂ, ਤੇ ਕਈ ਵਿੱਚ ਜਿਹੜੀ ਉੱਚੀ ਜਾਤ ਵਾਲੇ ਉਹ ਸੋਚਦੇ ਸੀ, ਤੁਰਕ ਸੋਚਦੇ ਹੁੰਦੇ ਸੀ ਇਹ ਵਿੱਚ, ਕਿ ਜਿਹੜੇ ਨੀਵੀਂ ਜਾਤੀਆਂ ਵਾਲੇ ਨੇ ਨਾ, ਇਹਨਾਂ ਨੂੰ ਰਾਜਨੀਤੀ ਕੀ ਆਂਦੀ ਹੈ। ਹੁਣ ਸੰਗਤ ਜੀ ਅੱਜ ਦੇ ਜ਼ਮਾਨੇ 'ਚ ਅਸੀਂ ਦੇਖਿਆ ਜਾਏ, ਜਿਹੜਾ ਪੜ੍ਹਿਆ ਲਿਖਿਆ ਬੰਦਾ ਹੋਏਗਾ ਨਾ, ਉਹ ਸੋਚੇਗਾ ਕਿ ਮੈਂ ਬੜਾ ਪੜ੍ਹਿਆ ਲਿਖਿਆ, ਇਸ ਲਈ ਨਾ ਮੈਨੂੰ ਬੜੀ ਅਕਲ ਹੈ। ਬੇਸ਼ੱਕ ਅਨਪੜ੍ਹ ਬੰਦੇ ਨੂੰ ਉਸ ਤੋਂ ਜ਼ਿਆਦਾ ਸਮਝ ਹੋਏ, ਪਰ ਜੋ 4 ਕਿਤਾਬਾਂ ਪੜ੍ਹ ਲੈਂਦਾ ਨਾ, ਉਹ ਸੋਚਦਾ ਹੈ ਕਿ ਮੇਰੇ ਤੋਂ ਵੱਡਾ ਨਾ ਹੋਰ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਤੇ ਜ਼ਰੂਰੀ ਨਹੀਂ ਹੁੰਦੀ ਕਿ ਸਮਝ ਉਹਨੂੰ ਹੀ ਹੁੰਦੀ ਹੈ ਜੋ ਕਿ ਪੜ੍ਹਿਆ ਲਿਖਿਆ ਹੋਏ। ਕਈ ਵਾਰ ਅਨਪੜ੍ਹ ਬੰਦਾ ਉਹ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ, ਜੋ ਕਿ ਕਦੀ ਪੜ੍ਹੇ ਲਿਖੇ ਨੇ ਸੋਚੀਆਂ ਵੀ ਨਹੀਂ ਹੁੰਦੀਆਂ। ਤੇ ਉਸ ਟਾਈਮ 'ਚ ਤੁਰਕ ਕੀ ਸੋਚਦੇ ਸੀ ਕਿ ਜਿਹੜੇ ਨੀਵੀਂ ਜਾਤੀਆਂ ਵਾਲੇ ਨੇ ਨਾ ਸਾਰੇ, ਇਹਨਾਂ ਨੂੰ ਰਾਜਨੀਤੀ ਕੀ ਸਮਝ ਆਣੀ ਹੈ, ਇਹਨਾਂ ਨੇ ਰਾਜਨੀਤੀ ਕਰ ਕੀ ਲੈਣੀ ਹੈ, ਤੇ ਉਹਨਾਂ ਨੂੰ ਬੜਾ ਦਬਾ ਕੇ ਰੱਖਦੇ ਸੀ। ਤੇ ਜਦੋਂ ਪਾਤਸ਼ਾਹ ਨੇ ਸਾਰਿਆਂ ਨੂੰ ਬੁਲਾਇਆ ਆਪਣੇ ਕੋਲ, ਤੇ ਉਹਨਾਂ ਨੂੰ ਪਾਤਸ਼ਾਹ ਨੇ ਪੁੱਛਿਆ, ਕਹਿੰਦੇ ਅਸੀਂ ਤੁਹਾਨੂੰ ਰਾਜ ਲੈ ਦਈਏ? ਤੇ ਪਹਿਲਾਂ ਉਹ ਤੇ ਡਰ ਗਏ, ਕਹਿੰਦੇ ਗੁਰੂ ਗੱਲਾਂ ਕਿਸ ਤਰ੍ਹਾਂ ਦੀਆਂ ਕਰਦੇ ਨੇ, ਐਨੇ ਤੁਰਕ, ਐਨੇ ਫੌਜਾਂ ਵਾਲੇ, ਐਨੇ ਵੱਡੇ, ਉਹਨਾਂ ਨਾਲ ਟਾਕਰਾ ਕੌਣ ਲੈ ਸਕਦਾ? ਤੇ ਅਸੀਂ ਉਹਨਾਂ ਕੋਲ ਰਾਜ ਕਿੱਦਾਂ ਖੋਵਾਂਗੇ? ਤੇ ਕਵੀ ਜੀ ਇਹਦੇ 'ਚ ਕੀ ਲਿਖਦੇ ਨੇ? ਕਵੀ ਜੀ ਲਿਖਦੇ ਨੇ ਕਿ ਉਹ ਕੀ ਕਹਿੰਦੇ ਨੇ, ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੀ ਨਹੀਂ ਪਕੜੀ। ਸੰਗਤ ਜੀ ਕਰਦ ਕਹਿੰਦੇ ਨੇ, ਪੁਰਾਣੇ ਟਾਈਮ 'ਚ ਨਾ ਚਾਕੂ ਨੂੰ, ਛੁਰੀ ਨੂੰ ਨਾ ਕਰਦ ਕਹਿੰਦੇ ਸੀ। ਉਹ ਕਹਿੰਦੇ ਪਾਤਸ਼ਾਹ ਅਸੀਂ ਤੇ ਸਮਾਨ ਤੋਲਣ ਵਾਲੇ ਆ,
ਅਸੀਂ ਤੇ ਤਕੜੀ ਤੋਲਣ ਵਾਲੇ ਬੰਦੇ ਆ। ਅਸੀਂ ਤੇ ਕਦੀ ਜ਼ਿੰਦਗੀ 'ਚ ਕਦੀ ਚਾਕੂ ਹੱਥ 'ਚ ਫੜ ਕੇ ਨਹੀਂ ਦੇਖਿਆ ਤੇ ਤੁਸੀਂ ਸਾਨੂੰ ਕਹਿੰਦੇ ਹੋ ਅਸੀਂ ਤੁਹਾਡੇ ਨਾਲ ਤਲਵਾਰ ਪਕੜੀਏ। ਹੈ ਉਹ ਲਿਖਦੇ ਨੇ, ਉਹ ਕਹਿੰਦੇ ਨੇ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਦੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਊਂ। ਉਹ ਇੰਨੇ ਡਰਪੋਕ ਹੋ ਚੁੱਕੇ ਸੀ ਨਾ ਸੰਗਤ ਜੀ, ਕਿਉਂਕਿ ਇਹ ਤੁਰਕਾਂ ਨੇ ਇੰਨਾ ਡਰਾਇਆ ਹੋਇਆ ਸੀ, ਇਹਨਾਂ ਤੇ ਇੰਨਾ ਰਾਜ ਕੀਤਾ ਹੋਇਆ ਸੀ, ਇਹਨਾਂ ਨੂੰ ਡਰਾ ਕੇ ਰੱਖਿਆ ਹੋਇਆ ਸੀ ਕਿ ਕੋਈ ਉੱਚੀ ਆਵਾਜ਼ 'ਚ ਵੀ ਬੋਲਦਾ ਸੀ ਨਾ ਤੇ ਇਹ ਡਰ ਜਾਂਦੇ ਹੁੰਦੇ ਸੀ, ਜਿਹੜੇ ਨਾਰਮਲ ਜਿਹੜੇ ਆਮ ਲੋਕ ਬੰਦੇ ਸੀ। ਤੇ ਕਹਿੰਦੇ ਨੇ ਚਿੜੀ ਉੜੇ ਡਰ ਸੇ ਮਰ ਜਾਊਂ, ਮੁਗਲੋਂ ਸੇ ਕੈਸੇ ਲੜ ਪਾਊਂ। ਪਾਤਸ਼ਾਹ ਚਿੜੀ ਉੱਡੇ ਤੇ ਅਸੀਂ ਡਰ ਜਾਂਦੇ ਆ ਤੇ ਤੁਸੀਂ ਕਹਿੰਦੇ ਹੋ ਮੁਗਲਾਂ ਦੇ ਨਾਲ ਸ਼ਸਤਰ ਫੜ ਕੇ ਮੁਗਲਾਂ ਦੇ ਨਾਲ ਲੜਾਈ ਕਰੋ, ਉਹਨਾਂ ਕੋ ਰਾਜ ਖੋਹ ਲਈਏ। ਕਿ ਪਾਤਸ਼ਾਹ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਇਹ ਮੁਮਕਿਨ ਹੀ ਨਹੀਂ, ਸਾਡੇ 'ਚ ਤੇ ਹੌਸਲਾ ਹੀ ਨਹੀਂ ਕਿ ਅਸੀਂ ਇਹ ਸੋਚ ਵੀ ਲਈਏ। ਉਹਨਾਂ ਕੋ ਤੇ ਇੰਨੀਆਂ ਫੌਜਾਂ, ਉਹਨਾਂ ਕੋ ਤੇ ਇੰਨੇ ਲਾਮ ਲਸ਼ਕਰ, ਉਹ ਸਾਨੂੰ ਕੋਈ ਆਪਣਾ ਰਾਜ ਦੇਣਗੇ? ਪਾਤਸ਼ਾਹ ਉਹ ਕੋਈ ਸਾਨੂੰ ਆਪਣੀਆਂ ਜ਼ਮੀਨਾਂ ਦੇਣਗੇ? ਕਿਉਂਕਿ ਸੰਗਤ ਜੀ ਉਸ ਟਾਈਮ ਦੇ ਵਿੱਚ ਕੀ ਹੁੰਦਾ ਸੀ, ਜ਼ਮੀਨਾਂ ਤੇ ਇਹ ਜਿਹੜੇ ਅਮੀਰ ਲੋਕ ਜੋ ਹੁੰਦੇ ਸੀ ਤੁਰਕ ਵਗੈਰਾ ਨਾ, ਇਹ ਗਰੀਬਾਂ ਨੂੰ ਨਾ ਇਹ ਸਾਰੀ ਉਮਰ ਇਹ ਹੱਲ ਮਤਲਬ ਕਿ ਖੇਤੀ ਕਰਾਉਂਦੇ ਰਹਿੰਦੇ ਸੀ, ਸਾਰੀ ਉਮਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ, ਖੇਤੀ ਕਰਾਉਂਦੇ ਰਹਿਣਾ, ਕੋਈ ਤਨਖਾਹ ਨਹੀਂ ਦੇਣੀ, ਸਿਰਫ ਇੱਕ ਵਕਤ ਦੀ ਰੋਟੀ ਦੇਣੀ, ਔਰ ਉਹਦੇ ਵਿੱਚ ਹੀ ਸਾਰੀ ਜ਼ਿੰਦਗੀ ਉਹਨਾਂ ਨੂੰ ਗੁਲਾਮ, ਪੁਸ਼ਤਾਂ ਦੀਆਂ ਪੁਸ਼ਤਾਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਦੇ ਹੁੰਦੇ ਸੀ। ਤੇ ਕਹਿੰਦੇ ਸੰਗਤ ਤੇ ਇਹ ਤੇ ਕਿਹਨਾਂ ਨੇ ਇਹ ਉਹਨਾਂ ਨੇ ਦਵਾਈਆਂ ਸੀ, ਜ਼ਮੀਨਾਂ ਦਵਾਈਆਂ ਸੀ, ਜਿਨ੍ਹਾਂ ਦਾ ਮਾਲਿਕ ਸੰਗਤ ਜੀ ਇਹ ਸ਼ਾਇਦ ਮੈਂ ਮਿਸ ਕਰ ਗਈ ਹਾਂ, ਉਹਨਾਂ ਦਾ ਨਾਮ ਮੈਂ ਲਿਖਣਾ ਭੁੱਲ ਗਈ ਹਾਂ, ਜਿਨ੍ਹਾਂ ਨੇ ਉਹ ਜ਼ਮੀਨਾਂ ਦਵਾਈਆਂ ਸੀ। ਤੇ ਪਾਤਸ਼ਾਹ ਨੂੰ ਉਹ ਕਹਿੰਦੇ ਸੰਗਤ ਕਹਿੰਦੀ ਹੈ ਪਾਤਸ਼ਾਹ ਅਸੀਂ ਐਨੇ ਨਿਮਾਣੇ, ਐਨੀ ਛੋਟੀ ਜਾਤ ਵਾਲੇ, ਐਨੇ ਗਰੀਬ, ਤੇ ਸਾਨੂੰ ਤੇ ਇਹ ਸਭ ਚੀਜ਼ਾਂ ਸਮਝ ਨਹੀਂ ਆਉਂਦੀਆਂ। ਤੇ ਪਾਤਸ਼ਾਹ ਏਦਾਂ ਕਰੋ, ਇਹ ਤੇ ਕੰਮ ਸਾਡੇ ਕੋ ਹੋਣਾ ਨਹੀਂ। ਅਸੀਂ ਤੇ ਕਦੀ ਸਾਰੀ ਉਮਰ ਡੰਡਾ ਨਹੀਂ ਫੜਿਆ, ਅਸੀਂ ਸਾਰੀ ਉਮਰ ਕਦੀ ਡੰਡਾ ਨਹੀਂ ਫੜਿਆ ਹੱਥ 'ਚ, ਤੇ ਤੁਸੀਂ ਕਹਿੰਦੇ ਹੋ ਤੁਸੀਂ ਤੇਗਾਂ ਤੁਸੀਂ ਇਹ ਤਲਵਾਰਾਂ ਫੜੋ। ਪਾਤਸ਼ਾਹ ਇਹ ਸਾਡੇ ਕੋਲ ਕੰਮ ਨਹੀਂ ਹੋਣਾ, ਅਸੀਂ ਤੋਪਾਂ ਦਾ ਮੁਕਾਬਲਾ ਕਿੱਦਾਂ ਕਰਾਂਗੇ? ਅਸੀਂ ਤੇ ਪਾਤਸ਼ਾਹ ਚਿੜੀਆਂ ਹੈ, ਤੁਸੀਂ ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾ ਰਹੇ ਹੋ। ਪਾਤਸ਼ਾਹ ਅਸੀਂ ਤੇ ਮੇਮਣੇ ਆ, ਤੁਸੀਂ ਮੇਮਣਿਆਂ ਨੂੰ ਤੁਸੀਂ ਸ਼ੇਰਾਂ ਦੇ ਨਾਲ ਲੜਵਾ ਰਹੇ ਹੋ। ਪਾਤਸ਼ਾਹ ਇਹ ਤੇ ਸਾਡੇ ਕੋਲ ਨਹੀਂ ਹੋਣਾ। ਉਹ ਤੇ ਮੁਗਲ ਨੇ, ਉਹ ਤੇ ਤਲਵਾਰ ਦੇ ਧਨੀ ਨੇ, ਉਹ ਤੇ ਰਾਜਪੂਤ ਨੇ, ਉਹ ਤੇ ਸ਼ੁਰੂ ਤੋਂ ਇੰਨੇ ਸੂਰਬੀਰ ਰਹੇ ਨੇ। ਤੇ ਪਾਤਸ਼ਾਹ ਇਹ ਤੇ ਸਾਡੇ ਕੋਲ ਕੰਮ ਨਹੀਂ ਹੋਣਾ, ਤੁਸੀਂ ਕੋਈ ਪਹਾੜੀ ਰਾਜਿਆਂ ਨੂੰ ਹੀ ਲੱਭੋ, ਕਿਉਂਕਿ ਉਹ ਸੂਰਬੀਰ ਵੀ ਨੇ, ਉਹ ਤੁਹਾਡਾ ਕੰਮ ਕਰ ਦੇਣਗੇ। ਤੇ ਪਾਤਸ਼ਾਹ ਸਮਝ ਗਏ। ਪਾਤਸ਼ਾਹ ਕਹਿੰਦੇ ਇਹਨਾਂ ਦੇ ਮਨ 'ਚ ਤੇ ਹੌਸਲਾ ਹੀ ਨਹੀਂ ਹੈਗਾ, ਇਹ ਲੜਨਗੇ ਕੀ? ਇਹਨਾਂ ਦੇ ਮਨ 'ਚ ਤੇ ਡਰ ਇੰਨਾ ਬੈਠਾ ਹੋਇਆ ਹੈ। ਅਸੀਂ ਇਹਨਾਂ ਨੂੰ ਰਾਜ ਦੇਣਾ ਚਾਹੁੰਦੇ ਹਾਂ ਔਰ ਇਹ ਨਾ ਕਰੀ ਜਾਂਦੇ ਨੇ। ਅਸੀਂ ਇਹਨਾਂ ਨੂੰ ਬਾਦਸ਼ਾਹੀ ਦੇਣਾ ਚਾਹੁੰਦੇ ਹਾਂ, ਇਹ ਨਾ ਕਰੀ ਜਾਂਦੇ ਨੇ। ਪਰ ਪਾਤਸ਼ਾਹ ਵੀ ਨਾ ਸਮੇਂ ਦੀ ਨਜ਼ਾਕਤ ਸਮਝ ਗਏ। ਕਹਿੰਦੇ ਨੇ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਨਾ ਚਰਨ ਪੋਹਲ ਲੈ ਕੇ, ਇਹਨਾਂ ਨੂੰ ਬਾਣੀ ਪੜ ਕੇ, ਕਿਉਂਕਿ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਬੰਦੇ 'ਚ ਨਿਮਰਤਾ ਆਉਂਦੀ ਹੈ। ਤੇ ਪਾਤਸ਼ਾਹ ਨੇ ਇਹੀ ਸੋਚਿਆ ਕਿ ਬਾਣੀ ਪੜ ਕੇ ਚਰਨ ਪੋਹਲ ਲੈ ਕੇ ਇਹਨਾਂ ਦਾ ਮਨ ਬੜਾ ਨੀਵਾਂ ਹੋ ਚੁੱਕਿਆ। ਕਿਉਂਕਿ ਸੰਗਤ ਜੀ ਅਸੀਂ ਅਰਦਾਸ 'ਚ ਵੀ ਇਹੀ ਪੜਦੇ ਆ ਨਾ, ਮਨ ਨੀਵਾਂ ਮਤ ਉੱਚੀ, ਇਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਹੈ। ਤੇ ਪਾਤਸ਼ਾਹ ਨੇ ਜਦੋਂ ਸੋਚਿਆ, ਕਹਿੰਦੇ ਇਹਨਾਂ 'ਚ ਤੇ ਦਲੇਰੀ ਭਰਨੀ ਪੈਣੀ ਆ, ਇਹਨਾਂ 'ਚ ਤੇ ਬੀਰਤਾ ਭਰਨੀ ਪੈਣੀ ਆ। ਇਹਨਾਂ ਨੂੰ ਤੇ ਪਤਾ ਨਹੀਂ ਆਪਣੀ ਸ਼ਕਤੀ ਦਾ ਅੰਦਾਜ਼ਾ ਕਿ ਅਸੀਂ ਕੀ ਕਰ ਸਕਦੇ ਹਾਂ। ਇਹ ਤੇ ਸਾਰਾ ਕੁਝ ਹਿੰਮਤ ਛੱਡ ਕੇ ਬੈਠੇ ਹੋਏ ਨੇ। ਤੇ ਇਹਨਾਂ 'ਚ ਵੀਰ ਰਸ ਭਰਨਾ ਪੈਣਾ। ਤੇ ਫਿਰ ਕੀ ਹੁੰਦਾ ਹੈ, ਉਹ ਕਹਿੰਦੇ ਇਹਨਾਂ ਦਾ ਇਹੋ ਜਿਹਾ ਰੂਪ ਹੁਣ ਸਮੇਂ ਆ ਗਿਆ ਹੈ ਕਿ ਅਸੀਂ ਇਹਨਾਂ ਦਾ ਰੂਪ ਅਸੀਂ ਬਦਲੀ ਕਰੀਏ। ਇਹਨਾਂ ਦਾ ਰੂਪ ਸਾਨੂੰ ਹੁਣ ਪਲਟਣਾ ਪੈਣਾ ਹੀ ਹੈ। ਹੁਣ ਅਸੀਂ ਇਹਨਾਂ ਦਾ ਇਹੋ ਜਿਹਾ ਰੂਪ ਬਣਾਵਾਂਗੇ
कि दूरों देख के बंदा डर जाएगा। सोहना दाड़ा होएगा, सिर ते केश होणगे, दुमाला सजाया होएगा कि दूरों ही कोई देख के इन्हां नूं कहेगा सरदार जी आ गए ने। ਅਸੀਂ ਇਹਨਾਂ ਨੂੰ ਇਹੋ ਜਿਹਾ ਬਣਾਵਾਂਗੇ ਕਿ ਜਿੱਥੇ ਵੀ ਉਹ ਜਾਣਗੇ ਉਹ ਆਪਣਾ ਪ੍ਰਭਾਵ ਉਹਦੇ ਤੇ ਛੱਡ ਦੇਣਗੇ, ਉਹਦੇ ਤੇ ਆਪਣਾ ਪ੍ਰਭਾਵ ਪਾ ਦੇਣਗੇ। ਤੇ ਪਾਤਸ਼ਾਹ ਨੇ ਸੋਚਿਆ ਇਹਨਾਂ ਤੇ ਗਰੀਬਾਂ ਦੇ ਨਾਮ ਵੀ ਕਿਸ ਤਰ੍ਹਾਂ ਨੇ, ਦਇਆ ਰਾਮ, ਗੁਲਾਬ ਚੰਦ, ਕਹਿੰਦੇ ਕਹਿੰਦੇ ਇਹਨਾਂ ਨੂੰ ਦਾਸ ਕਰਕੇ ਇਹਨਾਂ ਦੇ ਨਾਮ ਨੇ, ਤੇ ਇਹਨਾਂ ਚ ਨਾ ਬਿਰਤੀ ਵੀ ਦਾਸਾਂ ਵਾਲੀ ਹੀ ਆਈ ਹੋਈ ਹੈ। ਸੋ ਹੁਣ ਇਹਨਾਂ ਦੇ ਨਾਮ ਅਸੀਂ ਸਿੰਘਾਂ ਵਾਲੇ ਰੱਖਾਂਗੇ, ਕਿਉਂਕਿ ਸੰਗਤ ਜੀ ਉਦੋਂ ਵੀ ਸਿੰਘਾਂ ਵਾਲੇ ਸਿੰਘ ਦਾ ਸਿੰਘ ਸਿਰਫ ਰਾਜਾ ਹੀ ਆਪਣੇ ਨਾਮ ਦੇ ਨਾਲ ਲਗਾ ਸਕਦੇ ਸੀ, ਜਿਸ ਤਰ੍ਹਾਂ ਰਾਜਾ ਜੈ ਸਿੰਘ, ਮਹਾਰਾਣਾ ਪ੍ਰਤਾਪ ਸਿੰਘ, ਏਦਾਂ ਦੇ ਨਾਮ ਇਹ ਰਾਜਾ ਹੀ ਆਪਣੇ ਨਾਮ ਦੇ ਨਾਲ ਸਿੰਘ ਲਗਾ ਸਕਦੇ ਸੀ। ਤੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹੁਣ ਅਸੀਂ ਇਹਨਾਂ ਦੇ ਨਾਮ ਦੇ ਨਾਲ ਸਿੰਘ ਲਗਾਵਾਂਗੇ, ਸ਼ੇਰ ਲਗਾਵਾਂਗੇ, ਤਾਂ ਕਿ ਜਦੋਂ ਇਹ ਜਾਣਗੇ ਇਹਨਾਂ 'ਚ ਇੱਕ ਤੇ ਸਿੰਘਾਂ ਵਾਲੀ, ਸ਼ੇਰ ਵਾਲੀ ਇਹਨਾਂ ਦੀ ਇੱਕ ਅੰਦਰ ਸਪਿਰਿਟ ਆਏਗੀ, ਔਰ ਇਹ ਫਿਰ ਆਪਣੀ ਇਹਨਾਂ ਦੇ ਅੰਦਰ ਸ਼ਕਤੀ ਆਏਗੀ। ਇਹਨਾਂ 'ਚ ਇਹੋ ਜਿਹੀ ਸਪਿਰਿਟ ਅਸੀਂ ਭਰ ਦੇਵਾਂਗੇ, ਔਰ ਇਹਨਾਂ ਨੂੰ ਇਹੋ ਜਿਹੇ ਅਸੀਂ ਲੋਹੇ ਦੇ ਬਾਟੇ ਦਾ ਅਸੀਂ ਇਹਨਾਂ ਨੂੰ ਅੰਮ੍ਰਿਤ ਪਿਆਵਾਂਗੇ ਕਿ ਇਹ ਫਿਰ ਫੌਲਾਦ ਬਣ ਜਾਣਗੇ। ਇਹ ਫਿਰ ਕਿਸੇ ਲੋਹੇ ਤੋਂ, ਫਿਰ ਕਿਸੇ ਤਲਵਾਰ ਤੋਂ, ਕਿਸੇ ਤੇਗ ਤੋਂ ਇਹ ਫਿਰ ਡਰਨਗੇ ਨਹੀਂ। ਤੇ ਪਾਤਸ਼ਾਹ ਨੇ ਇਹ ਸੋਚਿਆ ਅਸੀਂ ਇਹਨਾਂ ਨੂੰ ਇਹੋ ਜਿਹਾ, ਇਹਨਾਂ 'ਚ ਇਹੋ ਜਿਹੀਆਂ ਖੂਬੀਆਂ ਭਰਾਂਗੇ, ਆਪਣੇ ਖਾਲਸੇ ਦੇ ਵਿੱਚ ਇਹੋ ਜਿਹੀਆਂ ਖੂਬੀਆਂ, ਅਸੀਂ ਆਪਣੇ ਖਾਲਸੇ ਨੂੰ ਖੁਦ ਖੁਦਾ ਬਣਾ ਦਾਂਗੇ। ਸੰਗਤ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿਨ੍ਹਾਂ ਨੇ ਸਾਰਾ ਕੁਝ, ਆਪਣੀਆਂ ਸ਼ਕਤੀਆਂ, ਆਪਣੀਆਂ ਭਗਤੀਆਂ, ਸਾਰਾ ਕੁਝ ਆਪਣੇ ਖਾਲਸੇ 'ਚ ਭਰਤਾ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਖਾਲਸੇ ਨੂੰ ਖੁਦ ਖੁਦਾ ਬਣਾ ਦਾਂਗੇ। ਜਿੰਨੀਆਂ ਖੂਬੀਆਂ ਖੁਦਾ ਦੇ ਵਿੱਚ ਹੈ ਉਹ ਅਸੀਂ ਆਪਣੇ ਸਾਰੇ ਸਿੱਖਾਂ 'ਚ ਭਰ ਦਾਂਗੇ। ਅਸੀਂ ਇਹੋ ਜਿਹਾ ਸਿੱਖ ਤਿਆਰ ਕਰਾਂਗੇ, ਅਸੀਂ ਇਹੋ ਜਿਹਾ ਖਾਲਸਾ ਤਿਆਰ ਕਰਾਂਗੇ, ਅਸੀਂ ਇਹੋ ਜਿਹਾ ਖਾਲਸਾ ਬਣਾਵਾਂਗੇ ਕਿ ਸਿਰਫ ਇੱਕ ਅਕਾਲ ਪੁਰਖ ਤੋਂ, ਉਹ ਸੱਚੇ ਵਾਹਿਗੁਰੂ ਤੋਂ ਉਹ ਡਰੇਗਾ, ਬਾਕੀ ਹੋਰ ਕਿਸੇ ਦੇ ਅੱਗੇ ਉਹ ਝੁਕੇਗਾ ਨਹੀਂ, ਕਿਸੇ ਮੜੀ ਮਸਾਣ ਨੂੰ ਉਹ ਮੱਥਾ ਨਹੀਂ ਟੇਕੇਗਾ, ਕਦੀ ਉਹ ਜਨੇਊ ਨਹੀਂ ਪਾਏਗਾ, ਕਦੀ ਉਹ ਧੋਤੀ ਨਹੀਂ ਪਾਏਗਾ। ਅਸੀਂ ਇਹੋ ਜਿਹਾ ਖਾਲਸਾ ਸਾਜਾਂਗੇ, ਅਸੀਂ ਇੱਕ ਇਹੋ ਜਿਹਾ ਸੁਨਹਿਰਾ ਖਾਲਸਾ ਸਾਜਾਂਗੇ। ਸੰਗਤ ਜੀ, ਸੁਨਹਿਰਾ ਵੀ ਅਸੀਂ ਇਹ ਪਿਛਲੇ 2-4 ਦਿਨਾਂ ਤੋਂ ਅਸੀਂ ਰੋਜ਼ ਥੋੜਾ ਥੋੜਾ ਇਤਿਹਾਸ ਦੇਖ ਰਹੇ ਹਾਂ ਕਿ ਸੁਨਹਿਰਾ ਕੌਣ ਹੁੰਦਾ ਹੈ। ਜਦੋਂ ਇੱਕੋ ਬਾਟੇ ਦੇ ਵਿੱਚੋਂ ਜਦੋਂ ਸਾਰੇ ਜਾਣੇ ਅੰਮ੍ਰਿਤ ਛਕਦੇ ਨੇ, ਜਿਹੜਾ ਉਹ ਸੰਬੰਧ ਬਣਦਾ ਹੈ ਉਹ ਫਿਰ ਹੁੰਦਾ ਹੈ ਸੁਨਹਿਰਾ ਭਰਾ। ਜਦੋਂ ਇੱਕੋ ਬਾਟੇ ਚੋਂ ਸਾਰੇ ਦੇਗ ਛਕਦੇ ਨੇ, ਉਹ ਹੁੰਦੇ ਨੇ ਸੁਨਹਿਰੇ ਭਰਾ। ਉਹ ਇੱਕ ਸੁਨਹਿਰਾ, ਉਹ ਇੱਕ ਸੰਬੰਧ ਹੁੰਦਾ ਹੈ। ਉਹ ਕਹਿੰਦੇ ਨੇ ਕਿ ਅਸੀਂ ਆਪਣੇ ਖਾਲਸੇ ਨੂੰ ਇੱਕ ਸੁਨਹਿਰਾ ਖਾਲਸਾ ਬਣਾਵਾਂਗੇ, ਅਸੀਂ ਇਹੋ ਜਿਹਾ ਅੰਮ੍ਰਿਤ ਛਕਾਵਾਂਗੇ ਕਿ ਉਹ ਮੇਰਾ ਖਾਲਸਾ ਉਹ ਤੇਗ ਤੋਂ ਨਹੀਂ ਡਰੇਗਾ, ਉਹ ਇਹੋ ਜਿਹਾ ਵਾਰ ਕਰੇਗਾ, ਅਗਲੇ ਦੇ ਛਾਤੀ ਤੇ ਵਾਰ ਕਰੇਗਾ ਤੇ ਆਪਣੀ ਛਾਤੀ ਤੇ ਵਾਰ ਉਹ ਸਹੇਗਾ ਵੀ, ਉਹ ਵਾਰ ਖਾਏਗਾ ਵੀ। ਅਸੀਂ ਇਹੋ ਜਿਹਾ ਖਾਲਸਾ, ਅਸੀਂ ਇਹੋ ਜਿਹਾ ਭੁਜੰਗੀ ਤਿਆਰ ਕਰਾਂਗੇ। ਸੰਗਤ ਜੀ, ਇਹ ਭੁਜੰਗੀ ਸ਼ਬਦ ਵੀ ਇਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਆਪਣੇ ਜ਼ਫਰਨਾਮੇ ਵਿੱਚ ਵੀ ਵਰਤਿਆ ਹੈ ਆਪਣੇ ਸਿੱਖ ਵਾਸਤੇ। ਜਦੋਂ ਉਹਨਾਂ ਨੇ ਜ਼ਫਰਨਾਮਾ ਔਰੰਗਜ਼ੇਬ ਨੂੰ ਭੇਜਿਆ ਤੇ ਉਹਦੇ ਵਿੱਚ ਉਹਨਾਂ ਨੇ, ਪਾਤਸ਼ਾਹ ਨੇ ਕਿਹਾ ਔਰੰਗਜ਼ੇਬ ਨੂੰ ਕਿ ਐ ਔਰੰਗਜ਼ੇਬ, ਤੂੰ ਕੀ ਸੋਚਦਾ ਹੈ ਕਿ ਸਾਡੀ ਬਾਦਸ਼ਾਹੀ ਚਲੀ ਗਈ ਹੈ? ਤੂੰ ਕੀ ਸੋਚਦਾ ਹੈ ਮੇਰੇ ਚਾਰੋਂ ਪੁੱਤਰ ਸ਼ਹੀਦ ਹੋ ਗਏ ਨੇ ਤੇ ਸਾਰਾ ਕੰਮ ਠੰਡਾ ਪੈ ਗਿਆ ਹੈ? ਨਹੀਂ, ਪਰ ਔਰੰਗਜ਼ੇਬ ਇਹ ਯਾਦ ਰੱਖ ਕਿ ਮੇਰਾ ਸਾਰਿਆਂ ਨਾਲੋਂ ਛੋਟਾ ਪੁੱਤਰ, ਮੇਰਾ ਭੁਜੰਗੀ ਪੁੱਤਰ ਹਾਲੀ ਜਿੰਦਾ ਹੈ। ਉਹ ਇਹੋ ਜਿਹੀ ਫੁਨਕਾਰ ਮਾਰੇਗਾ, ਉਹ ਇਹੋ ਜਿਹਾ ਸਿਰ ਚੁੱਕੇਗਾ ਕਿ ਉਹ ਸਭ ਤੇਰੀਆਂ ਜੜਾਂ ਪੁੱਟ ਕੇ ਰੱਖ ਦੇਗਾ, ਤੈਨੂੰ ਤਹਿਸ ਨਹਿਸ ਕਰ ਦੇਗਾ, ਕਿਉਂਕਿ ਮੇਰਾ ਸਾਰਿਆਂ ਨਾਲੋਂ ਛੋਟਾ ਪੁੱਤਰ, ਮੇਰਾ ਭੁਜੰਗੀ ਪੁੱਤਰ ਹਾਲੀ
जिंदा है और चढ़दी कला च है। ते संगत जी ये जो भुजंगी है शब्द, ये निहंग सिंह अपने पुत्रां वास्ते अज भी यूज करदे ने। असीं ते कहने आ ना कि मुंडा, ਉਹ ਮੁੰਡਾ ਸ਼ਬਦ ਨੂੰ ਬਹੁਤ ਗਲਤ ਸਮਝਦੇ ਨੇ। ਕਹਿੰਦੇ ਅਗਰ ਮੁੰਡਾ ਸ਼ਬਦ ਯੂਜ਼ ਕੀਤਾ ਤੇ ਮੁੰਡਾ ਮਤਲਬ ਕਿ ਉਹ ਸਿਰ ਮੂੰਹ ਉਹਨੇ ਮੁੰਡਿਆ ਹੋਇਆ ਹੈ। ਤੇ ਉਹ ਅੱਜ ਵੀ ਪੁੱਤਰ ਵਾਸਤੇ ਭੁਜੰਗੀ ਸ਼ਬਦ ਹੀ ਯੂਜ਼ ਕਰਦੇ ਨੇ। ਇਹ ਸਾਰੀਆਂ ਗੱਲਾਂ ਸੋਚ ਕੇ ਪਾਤਸ਼ਾਹ ਨੇ ਕਿ ਮੈਂ ਆਪਣਾ ਪੁੱਤਰ ਤਿਆਰ ਕਰਾਂਗਾ, ਆਪਣਾ ਖਾਲਸਾ ਪੁੱਤਰ ਤਿਆਰ ਕਰਾਂਗਾ, ਤੇ ਪਾਤਸ਼ਾਹ ਨੇ ਉਦਮ ਕੀਤਾ। ਅਨੰਦਪੁਰ ਸਾਹਿਬ, ਕੇਸ਼ਗੜ੍ਹ ਸਾਹਿਬ ਉਹਨਾਂ ਨੇ ਇੱਕ ਇਕੱਠਾ ਕੀਤਾ ਸੰਗਤ ਜੀ, ਜਿਸ ਤਰ੍ਹਾਂ ਕਿ ਆਪ ਸਾਰੇ ਜਾਣਦੇ ਹੋ। ਉਹਨਾਂ ਨੇ ਜਦੋਂ ਇਕੱਠਾ ਕੀਤਾ ਤੇ ਉਹਨਾਂ ਨੇ ਫਿਰ ਲਲਕਾਰ ਕੇ ਸੰਗਤ ਜੀ ਦੀਵਾਨ ਸਜਿਆ ਔਰ ਉਸ ਦਿਨ ਕਵੀ ਜੀ ਲਿਖਦੇ ਨੇ ਸੰਗਤ ਜੀ, ਇਹ ਜੋ ਕਥਾ ਲਿੱਤੀ ਹੈ ਇਹ ਪੰਥ ਪ੍ਰਕਾਸ਼ ਚੋਂ ਲਿੱਤੀ ਹੈ। ਔਰ ਪੰਥ ਪ੍ਰਕਾਸ਼ ਜੋ ਕਿ ਇਹ ਪੰਥ ਕਿਸ ਤਰ੍ਹਾਂ ਪ੍ਰਕਾਸ਼ਿਤ ਹੋਇਆ, ਪੰਥ ਪ੍ਰਕਾਸ਼, ਔਰ ਇਹ ਇੱਕ ਨਿਹੰਗ ਸਿੰਘ ਜੀ ਨੇ ਲਿਖੀ ਹੈ ਪੰਥ ਪ੍ਰਕਾਸ਼, ਜਿਨ੍ਹਾਂ ਦਾ ਨਾਮ ਹੈ ਅਕਾਲੀ ਰਤਨ ਸਿੰਘ ਜੀ। ਉਹਨਾਂ ਨੇ ਇਹ ਪੰਥ ਪ੍ਰਕਾਸ਼ ਉਹਨਾਂ ਨੇ ਲਿਖਿਆ ਹੈ। ਤੇ ਉਹ ਲਿਖਦੇ ਨੇ ਕਿ ਉਸ ਦੀਵਾਨ ਦੇ ਵਿੱਚ ਪਾਤਸ਼ਾਹ ਦਾ ਇੱਕ ਅਨੋਖਾ ਰੂਪ ਸੀ, ਇੱਕ ਇਹੋ ਜਿਹਾ ਤੇਜ ਝਲਕ ਰਿਹਾ ਸੀ ਉਹਨਾਂ ਦੇ ਮੁਖ ਤੇ, ਉਹਨਾਂ ਦੇ ਨੇਤਰ ਲਾਲ ਸੀ, ਮੁਖ ਤੇ ਇੱਕ ਇਹੋ ਜਿਹਾ ਜਲਾਲ ਸੀ, ਮੁਖ ਤੇ ਇਹੋ ਜਿਹਾ ਇੱਕ ਨੂਰ ਸੀ, ਇੱਕ ਜਲਾਲ ਸੀ ਕਿ ਪਾਤਸ਼ਾਹ ਦੇ ਨੇਤਰ ਲਾਲ ਸੀ। ਜਦੋਂ ਦੀਵਾਨ ਦੀ ਸਮਾਪਤੀ ਹੋਈ ਤੇ ਪਾਤਸ਼ਾਹ ਉੱਠੇ। ਸੰਗਤ ਜੀ ਉਦੋਂ ਲਾਊਡ ਸਪੀਕਰ ਵਗੈਰਾ ਨਹੀਂ ਹੁੰਦੇ ਸੀ, ਤੇ ਸੋਚੋ 80,000 ਦੇ ਇਕੱਠ ਦੇ ਵਿੱਚ ਇੱਕ ਲਲਕਾਰ ਕੇ ਪਾਤਸ਼ਾਹ ਨੇ ਜਦੋਂ ਕਿਹਾ, ਕੀ ਕਿਹਾ ਹੈ ਕੋਈ ਸਿੱਖ ਦਾ ਬੇਟਾ ਜੋ ਸੀਸ ਕਰੇ ਭੇਟਾ। ਲਲਕਾਰ ਕੇ ਜਦੋਂ ਪਾਤਸ਼ਾਹ ਨੇ ਨੰਗੀ ਤਲਵਾਰ ਹੱਥ ਵਿੱਚ ਲੈ ਕੇ ਕਿਹਾ, ਤੇ ਸੰਗਤ ਜੀ ਇੱਕ ਤੇ ਪਾਤਸ਼ਾਹ ਦਾ ਇਹੋ ਜਿਹਾ ਰੂਪ ਦੇਖਿਆ, ਉੱਪਰ ਉਹਨਾਂ ਦੇ ਹੱਥ 'ਚ ਨੰਗੀ ਤਲਵਾਰ ਦੇਖੀ, ਕਿਉਂਕਿ ਸਭ ਨੂੰ ਪਤਾ ਸੀ ਕਿ ਜਦੋਂ ਪਾਤਸ਼ਾਹ ਕੋਈ ਨਾ ਕੋਈ ਇਹੋ ਜਿਹਾ ਜਦੋਂ ਰੂਪ ਪਾਤਸ਼ਾਹ ਦਾ ਦੇਖਦੇ ਨੇ, ਜਾਂ ਕੋਈ ਇਹੋ ਜਿਹੀ ਪਾਤਸ਼ਾਹ ਦੀ ਕੋਈ ਜਦੋਂ ਉਹਨਾਂ ਦਾ ਰੂਪ ਦੇਖਦੇ ਨੇ, ਤੇ ਪਾਤਸ਼ਾਹ ਕੁਛ ਨਾ ਕੁਛ ਜ਼ਰੂਰ ਅਲੱਗ ਬਚਨ ਕਰਦੇ ਨੇ। ਤੇ ਉਸ ਦਿਨ ਵੀ ਸਾਰਿਆਂ ਦੇ ਇੱਕ ਦਿਲਾਂ 'ਚ ਇੱਕ ਸੀ ਕਿ ਅੱਜ ਪਤਾ ਨਹੀਂ ਪਾਤਸ਼ਾਹ ਕੀ ਕੌਤਕ ਰਚਾਉਂਦੇ ਨੇ। ਤੇ ਜਦੋਂ ਪਹਿਲੀ ਵਾਰ ਪਾਤਸ਼ਾਹ ਨੇ ਗਰਜ ਕੇ ਕਿਹਾ, ਹੈ ਕੋਈ ਸਿੱਖ ਦਾ ਬੇਟਾ ਜੋ ਸੀਸ ਕਰੇ ਭੇਟਾ, ਸੰਗਤ ਜੀ ਕੋਈ ਨਹੀਂ ਉੱਠਿਆ। ਮੌਤ ਤੋਂ ਹਰ ਇੱਕ ਕੋਈ ਡਰਦਾ ਸੰਗਤ ਜੀ। ਦੂਸਰੀ ਵਾਰ ਪਾਤਸ਼ਾਹ ਨੇ ਲਲਕਾਰਿਆ, ਕੋਈ ਨਹੀਂ ਉੱਠਿਆ। ਜਦੋਂ ਤੀਸਰੀ ਵਾਰ ਪਾਤਸ਼ਾਹ ਨੇ ਲਲਕਾਰਿਆ ਤਾਂ ਸੰਗਤ ਜੀ ਆਪ ਸਭ ਜੀ ਨੂੰ ਪਤਾ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਭਾਈ ਦਇਆ ਰਾਮ ਜੀ, ਜੋ ਕਿ ਜਾਤ ਤੋਂ ਖੱਤਰੀ ਔਰ ਲਾਹੌਰ ਦੇ ਰਹਿਣ ਵਾਲੇ ਸੀ। ਉਹ ਕੌਣ ਸੀ? ਉਹ ਇੱਕ ਦੁਕਾਨਦਾਰ ਸੀ। ਉਹ ਉੱਠੇ, ਪਾਤਸ਼ਾਹ ਲੈ ਕੇ ਗਏ ਅੰਦਰ, ਆਵਾਜ਼ ਆਈ, ਪਾਤਸ਼ਾਹ ਵਾਪਸ ਆਏ। ਫਿਰ ਪਾਤਸ਼ਾਹ ਨੇ ਸਿਰ ਦੀ ਮੰਗ ਕੀਤੀ। ਫਿਰ ਆਏ ਭਾਈ ਧਰਮਦਾਸ ਜੀ, ਜੋ ਹਸਤਿਨਾਪੁਰ ਦੇ ਜੱਟ ਸੀ। ਸੰਗਤ ਜੀ ਇਹ ਹਸਤਿਨਾਪੁਰ ਦੇ ਜੱਟ ਸੀ, ਇਹ ਸੀਗੇ ਧੰਨੇ, ਜੋ ਭਗਤ ਧੰਨਾ ਜੀ ਦੇ ਇਹ ਵੰਸ਼ਜ ਸੀ। ਇਹ ਕਿਸਾਨ ਸੀ, ਇਹ ਭਗਤ ਧੰਨਾ ਜੀ ਦੇ, ਧੰਨਾ ਜੱਟ ਜੀ ਦੇ ਇਹ ਵੰਸ਼ਜ ਸੀ। ਤੀਸਰੇ ਆਏ ਭਾਈ ਹਿੰਮਤ ਰਾਏ ਜੀ, ਜੋ ਜਾਤ ਦੇ ਝੀਵਰ ਸੀ, ਇਹ ਪਾਣੀ ਪਿਆਉਣ ਦਾ ਕੰਮ ਕਰਦੇ ਸੀ ਸੰਗਤ ਜੀ। ਚੌਥੇ ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ, ਔਰ ਇਹ ਨਾਮਦੇਵ ਜੀ ਦੇ ਵੰਸ਼ਜ ਸੀ, ਭਗਤ ਨਾਮਦੇਵ ਜੀ ਦੇ ਵੰਸ਼ਜ ਸੀ, ਔਰ ਇਹ ਜਾਤ ਤੋਂ ਦਰਜੀ ਸੀ। ਪੰਜਵੇਂ ਆਏ ਭਾਈ ਸਾਹਿਬ ਚੰਦ ਜੀ, ਜੋ ਨਾਈ ਸੀਗੇ, ਔਰ ਇਹ ਵੰਸ਼ਜ ਸੀਗੇ ਭਗਤ ਸੈਨ ਜੀ ਦੇ। ਇਹਨਾਂ ਭਗਤ ਸੈਨ ਜੀ ਦੀ ਵੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜਦੋਂ ਪੰਜ ਭੁਜੰਗੀ ਇਕੱਠੇ ਹੋਏ, ਪਾਤਸ਼ਾਹ ਜਦੋਂ ਉਹਨਾਂ ਨੂੰ ਪਾਤਸ਼ਾਹ ਨੇ ਆਪਣੇ ਹੱਥੀ ਨੀਲੇ ਰੰਗ ਦੀ ਫੁਲਕਾਰੀ
ਸੰਗਤ ਜੀ ਨੀਲੇ ਰੰਗ ਦੀ ਫੁਲਕਾਰੀ ਉਹਨਾਂ ਨੂੰ ਉਡਾਈ, ਉਹਨਾਂ ਨੂੰ ਔਰ ਉਹਨਾਂ ਦੇ ਅੰਗ ਤੇ ਸ਼ਸਤਰ ਸਜਾਏ ਪਾਤਸ਼ਾਹ ਨੇ। ਜਦੋਂ ਸ਼ਸਤਰਾਂ ਨਾਲ ਉਹਨਾਂ ਨੂੰ ਸਜਾਇਆ, ਨੀਲੀ ਫੁਲਕਾਰੀ ਉਹਨਾਂ ਦੇ ਉੱਪਰ ਦਿੱਤੀ ਔਰ ਫਿਰ ਪੰਜਾਂ ਨੂੰ ਬਾਹਰ ਜਦੋਂ ਲੈ ਕੇ ਆਏ ਤੇ ਫਿਰ ਉਹਨਾਂ ਨੇ ਭਾਈ ਚੌਪਤੀ ਰਾਏ ਜੀ ਨੂੰ ਕਿਹਾ ਕਿ ਜਾਓ ਭਾਈ ਜੀ, ਸਤਲਜ ਨਦੀ ਚੋਂ ਨਿਰਮਲ ਜਲ ਲੈ ਕੇ ਆਓ। ਉਹ ਨਿਰਮਲ ਜਲ ਲੈ ਕੇ ਆਏ। ਭਾਈ ਦੀਵਾਨ ਧਰਮਚੰਦ ਜੀ ਨੂੰ ਕਿਹਾ ਕਿ ਤੁਸੀਂ ਸਰਬਲੋ ਦਾ ਬਾਟਾ ਤੇ ਨਾਲ ਤੁਸੀਂ ਖੰਡਾ ਲੈ ਕੇ ਆਓ। ਉਹ ਸਰਬਲੋ ਦਾ ਬਾਟਾ ਖੰਡਾ ਲੈ ਕੇ ਆਏ। ਬੁੱਕ ਭਰ ਕੇ ਮਾਤਾ ਜੀਤੋ ਜੀ ਨੇ ਪਤਾਸੇ ਵਿੱਚ ਪਾਏ ਕਿ ਖਾਲਸੇ ਦੇ ਵਿੱਚ ਮਿਠਾਸ ਵੀ ਹੋਣੀ ਚਾਹੀਦੀ ਹੈ। ਪਾਤਸ਼ਾਹ ਨੇ ਸੱਜੇ ਹੱਥ ਦੇ ਨਾਲ ਖੰਡਾ ਔਰ ਖੱਬੇ ਹੱਥ ਦੇ ਨਾਲ ਪਾਤਸ਼ਾਹ ਨੇ ਬਾਟੇ ਦੇ ਵਿੱਚ ਸੀਰੀ ਸਾਹਿਬ ਰੱਖੀ। ਸੀਰੀ ਸਾਹਿਬ ਜੋ ਕਿ ਸ਼ਕਤੀ ਦੀ ਪ੍ਰਤੀਕ। ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਣੀ ਉਚਾਰੀ ਜਪਜੀ ਸਾਹਿਬ, ਜੋ ਕਿ ਸੰਤ, ਜੋ ਭਗਤੀ ਦਾ ਪ੍ਰਤੀਕ ਹੈ। ਬਾਕੀ ਸਾਰੀਆਂ ਬਾਣੀਆਂ ਪਾਤਸ਼ਾਹ ਨੇ ਦਸਮ ਗ੍ਰੰਥ ਚੋਂ ਉਚਾਰੀਆਂ। ਪਾਤਸ਼ਾਹ ਨੇ 32 ਸਵਈਏ ਉਚਾਰੇ। ਪਾਤਸ਼ਾਹ ਨੇ ਹੋਰ ਵੀ ਬਾਣੀਆਂ ਕਿਹੜੀਆਂ ਉਚਾਰੀਆਂ। ਇੱਕ ਤੇ ਪਾਤਸ਼ਾਹ ਨੇ ਇਹ ਵੀ ਬਾਣੀ ਉਚਾਰੀ ਜੋ ਕਿ ਸ਼ਬਦ ਅੱਜ ਅਸੀਂ ਪੜਾਂਗੇ, ਜੈ 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 ਕਾਰਨ ਸਿਸ਼ਟ ਉਬਾਰਨ, ਮਮ ਪ੍ਰਤਪਾਰਨ ਜੈ ਤੇ ਗੰਗ। ਪਾਤਸ਼ਾਹ ਨੇ ਜਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ। ਪਾਤਸ਼ਾਹ ਨੇ ਸਾਰੇ ਬੀਰ ਰਸ ਦੀਆਂ ਬਾਣੀਆਂ ਉਚਾਰੀਆਂ। ਜਦੋਂ ਪਾਤਸ਼ਾਹ ਨੇ ਸਾਰੀਆਂ ਬਾਣੀਆਂ ਉਚਾਰੀਆਂ ਔਰ ਪਾਤਸ਼ਾਹ ਜਦੋਂ ਪੰਜ ਪਿਆਰੇ ਤਿਆਰ ਕੀਤੇ, ਉਹਨਾਂ ਨੂੰ ਜਦੋਂ ਚੂਲੇ ਭਰ ਕੇ ਪਾਤਸ਼ਾਹ ਨੇ ਅੰਮ੍ਰਿਤ ਪਿਆਇਆ, ਜਦੋਂ ਉਹਨਾਂ ਨੂੰ ਇੱਕ ਇੱਕ ਚੂਲਾ ਉਹਨਾਂ ਦੀਆਂ ਅੱਖਾਂ 'ਚ ਪਾਇਆ, ਪਾਤਸ਼ਾਹ ਨੇ ਹਰ ਵਾਰੀ ਮੂਲ ਮੰਤਰ ਦਾ ਪਾਠ ਕਰਾਇਆ, ਫਤਿਹ ਬੁਲਵਾਈ ਔਰ ਫਿਰ ਉਹਨਾਂ ਨੂੰ ਹਰ ਚੂਲੇ ਦੇ ਨਾਲ ਉਹਨਾਂ ਨੂੰ ਮੂਲ ਮੰਤਰ ਦਾ ਪਾਠ ਔਰ ਫਤਿਹ ਬੁਲਵਾਈ। ਉਹਨਾਂ ਨੂੰ ਅੰਮ੍ਰਿਤ ਛਕਾਇਆ। ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਔਰ ਫਿਰ ਪਾਤਸ਼ਾਹ ਨੇ ਉਹਨਾਂ ਕੋ ਆਪ ਅੰਮ੍ਰਿਤ ਛਕਿਆ ਔਰ ਆਪ ਅੰਮ੍ਰਿਤ ਛਕ ਕੇ ਗੁਰੂ ਔਰ ਚੇਲਾ ਦੀ ਪਾਤਸ਼ਾਹ ਨੇ ਇਹ ਸ਼ੁਰੂਆਤ ਕੀਤੀ। ਔਰ ਦੇਖੋ ਸੰਗਤ ਜੀ, ਕੋਈ ਇਹੋ ਜਿਹਾ ਗੁਰੂ ਅੱਜ ਤੱਕ ਨਹੀਂ ਹੈ ਕਿ ਜਿਸ ਨੇ ਕਿਹਾ ਹੋਇਆ ਆਪਣੇ ਆਪ ਨੂੰ ਚੇਲਾ ਵੀ ਬਣਾਇਆ ਹੋਵੇ। ਹਰ ਇੱਕ ਗੁਰੂ ਬਣ ਕੇ ਹੀ ਰਹਿੰਦਾ ਹੈ। ਪਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਗਰ ਉਹਨਾਂ ਨੂੰ ਸਿੰਘ ਸਜਾਇਆ, ਖਾਲਸਾ ਸਜਾਇਆ, ਤੇ ਆਪ ਵੀ ਫਿਰ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਜੀ ਬਣੇ। ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਪਾਤਸ਼ਾਹ ਨੇ ਫਿਰ ਅਰਦਾਸ ਕੀਤੀ। ਜਦੋਂ ਪਾਤਸ਼ਾਹ ਨੇ ਅਰਦਾਸ ਕੀਤੀ, ਸੰਗਤ ਜੀ ਅਰਦਾਸ ਵੀ ਚੰਡੀ ਕੀ ਵਾਰ ਚੋਂ ਹੈ, ਤੇ ਉਹਨਾਂ ਨੇ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਜਦੋਂ ਪਾਤਸ਼ਾਹ ਨੇ 9 ਗੁਰੂਆਂ ਦਾ ਜਦੋਂ ਨਾਮ ਲਿੱਤਾ, ਉਹਨਾਂ ਨੂੰ ਨਮਸਕਾਰ ਕੀਤੀ, 9 ਪਾਤਸ਼ਾਹੀਆਂ ਨੂੰ ਨਮਸਕਾਰ ਕੀਤੀ, 9 ਗੁਰੂਆਂ ਨੂੰ ਯਾਦ ਕੀਤਾ, ਤੇ ਫਿਰ ਉਸ ਤੋਂ ਬਾਅਦ ਕੀ ਕਿਹਾ ਉਹਨਾਂ ਨੇ ਕਿ ਹੇ ਅਕਾਲ ਪੁਰਖ, ਹੁਣ ਮੇਰੇ ਤੇ ਵੀ ਕਿਰਪਾ ਕਰੋ, ਹੁਣ ਮੇਰੇ ਵੀ ਸਹਾਈ ਬਣੋ, ਹੁਣ ਮੇਰੇ ਤੇ ਵੀ ਤੁਸੀਂ ਸਹਾਇਤਾ ਕਰੋ। ਔਰ ਇਸ ਤਰ੍ਹਾਂ ਪਾਤਸ਼ਾਹ ਨੇ ਸਾਰੀ ਬਾਣੀ, ਜਦੋਂ ਤੱਕ ਪਾਤਸ਼ਾਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਰਹੇ, ਪਾਤਸ਼ਾਹ ਬੀਰ ਰਸ ਦੀ ਬਾਣੀ ਉਚਾਰਦੇ ਹੀ ਗਏ। ਉਸ ਤੋਂ ਬਾਅਦ ਪਾਤਸ਼ਾਹ ਨੇ ਪੰਜ ਪਿਆਰਿਆਂ ਨੂੰ ਕਿਹਾ ਕਿ ਸੰਗਤ ਵਿੱਚ ਜਾਓ ਔਰ ਹੁਣ ਆਪਣਾ ਪਰਿਚੈ ਦਿਓ। ਤੇ ਫਿਰ ਉਹਨਾਂ ਨੇ ਆਪਣਾ, ਜਦੋਂ ਸੰਗਤ ਦੇ ਵਿੱਚ ਆਏ ਤੇ ਉਹਨਾਂ ਨੇ ਪਰਿਚੈ ਆਪਣਾ ਕੀ ਦਿੱਤਾ? ਮੈਂ ਧਰਮਦਾਸ, ਮੈਂ ਦਇਆਰਾਮ, ਪੈਦਾਇਸ਼ ਲਾਹੌਰ। ਪਾਤਸ਼ਾਹ ਨੇ ਖਾਲਸੇ ਦਾ ਮੈਨੂੰ ਵਾਰਿਸ ਘੋਸ਼ਿਤ ਕੀਤਾ ਹੈ ਔਰ ਮੇਰਾ ਨਾਮਕਰਨ ਕੀਤਾ ਹੈ ਦਇਆ ਸਿੰਘ। ਇਸ ਤਰ੍ਹਾਂ ਹੀ ਦੂਸਰੇ ਆਏ, ਮੈਂ ਧਰਮਦਾਸ, ਪੈਦਾਇਸ਼ ਹਸਤਨਾਪੁਰ। ਸੱਚੇ ਪਾਤਸ਼ਾਹ ਨੇ ਖਾਲਸੇ ਦਾ ਵਾਰਿਸ ਬਣਾ ਕੇ ਨਾਮਕਰਨ ਕੀਤਾ ਹੈ ਧਰਮ ਸਿੰਘ। ਇਸ ਤਰ੍ਹਾਂ ਹੀ ਪੰਜਾਂ ਪਿਆਰਿਆਂ ਨੇ ਆਪਣਾ ਪਰਿਚੈ ਦਿੱਤਾ ਔਰ ਪਾਤਸ਼ਾਹ ਨੇ ਫਿਰ ਪੂਰੀ ਸੰਗਤ ਦੇ ਵਿੱਚ ਬਚਨ ਕੀਤਾ ਕਿ ਜਦੋਂ ਤੱਕ ਇਹ ਸੂਰਜ, ਇਹ ਚੰਦ ਚਮਕੇਗਾ, ਉਦੋਂ ਤੱਕ ਮੇਰੇ ਪੰਜ ਪਿਆਰੇ ਚਮਕਣਗੇ। ਔਰ ਪੰਜ ਪਿਆਰੇ ਮੇਰੇ ਸਰਵ ਪ੍ਰਥਮ
ਸਭ ਤੋਂ ਉੱਚੇ ਰਹਿਣਗੇ। ਸੰਗਤ ਜੀ ਅੱਜ ਵੀ ਅਸੀਂ ਦੇਖਦੇ ਹਾਂ, ਚਾਹੇ ਨਗਰ ਕੀਰਤਨ ਹੋਏ, ਚਾਹੇ ਕੁਛ ਵੀ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਅੱਗੇ ਪੰਜ ਪਿਆਰੇ ਚੱਲਦੇ ਨੇ। ਉਹਨਾਂ ਦੀ ਦੇਖ ਰੇਖ ਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪਿਆਰੇ ਹੁੰਦੇ ਨੇ। ਉਹਨਾਂ ਨੂੰ ਫਿਰ ਪੂਰੇ ਸ਼ਾਨੋ ਸ਼ੌਕਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਨੇ। ਜਦੋਂ ਪਾਤਸ਼ਾਹ ਨੇ ਫਿਰ ਇਹ ਵੀ ਬਚਨ ਕੀਤਾ ਕਿ ਜਦੋਂ ਵੀ ਦੇਗ ਵਰਤਾਈ ਜਾਏਗੀ, ਸਰਵ-ਪ੍ਰਥਮ ਪੰਜ ਪਿਆਰਿਆਂ ਨੂੰ ਦੇਗ ਵਰਤਾਈ ਜਾਏਗੀ, ਫਿਰ ਉਸ ਤੋਂ ਬਾਅਦ ਦੇਗ ਸੰਗਤ ਚ ਵਰਤਾਈ ਜਾਏਗੀ। ਜਦੋਂ ਸੰਗਤ ਜੀ ਇਹ ਸਾਰਾ ਕੁਝ ਦੇਖਿਆ, ਤੇ ਇਹ ਸਾਰਾ ਕੁਝ ਦੇਖ ਕੇ ਜਿਹੜੇ ਸਾਡੇ ਵਰਗੇ ਉੱਥੇ ਡਰੇ ਬੈਠੇ ਹੋਏ ਸੀ ਨਾ, ਕਿ ਹਾਏ ਸੀਸ ਦੇਣਾ ਪਏਗਾ, ਹਾਏ ਅਸੀਂ ਡਰ ਗਏ, ਜਿਹੜੇ ਸਾਡੇ ਵਰਗੇ ਡਰਪੋਕ ਸੀ, ਜਿਨ੍ਹਾਂ ਦੀ ਕਿਸਮਤ ਐਨੀ ਜੋ ਵਡਭਾਗੀ ਨਹੀਂ ਸੀ ਸੰਗਤ ਜੀ, ਤੇ ਉਹਨਾਂ ਨੂੰ ਫਿਰ ਪਛਤਾਵਾ ਹੋਇਆ। ਉਹਨਾਂ ਨੂੰ ਪਛਤਾਵਾ ਹੋਇਆ ਕਿ ਇਹ ਤੇ ਪਾਤਸ਼ਾਹ ਦੇ ਪੰਜ ਪਿਆਰੇ ਬਣ ਗਏ। ਤੇ ਫਿਰ ਸੰਗਤ ਜੀ ਉਸ ਤੋਂ ਬਾਅਦ ਪੰਜ ਸਿੱਖ ਹੋਰ ਉੱਠੇ, ਪੰਜ ਸਿੱਖ ਹੋਰ ਉੱਠੇ ਤੇ ਪਾਤਸ਼ਾਹ ਦੇ ਜਾ ਕੇ ਚਰਨਾਂ ਦੇ ਵਿੱਚ ਢਹਿ ਪਏ। ਪਾਤਸ਼ਾਹ ਸਾਨੂੰ ਵੀ ਆਪਣੇ ਪੰਜ ਪਿਆਰੇ ਬਣਾ ਲਓ। ਪਾਤਸ਼ਾਹ ਸਾਨੂੰ ਵੀ ਤੁਸੀਂ ਸਾਡੇ ਸੀਸ ਵੀ, ਅਸੀਂ ਆਪਣੇ ਸੀਸ ਤੁਹਾਨੂੰ ਭੇਟ ਕਰਦੇ ਹਾਂ। ਪਾਤਸ਼ਾਹ ਸਾਡੇ ਸੀਸ ਵੀ ਸਵੀਕਾਰ ਕਰੋ। ਬਹੁਤ ਅਰਦਾਸਾਂ ਕਰ ਰਹੇ, ਬਹੁਤ ਬੇਨਤੀਆਂ ਕਰ ਰਹੇ। ਪਾਤਸ਼ਾਹ ਕਹਿੰਦੇ ਸਾਨੂੰ ਪੰਜ ਸੀਸ ਚਾਹੀਦੇ ਸੀ, ਸਾਨੂੰ ਪੰਜ ਸੀਸ ਮਿਲ ਗਏ। ਪਰ ਉਹ ਇੰਨੀਆਂ ਅਰਦਾਸਾਂ ਕਰੀ ਜਾ ਰਹੇ, ਬੇਨਤੀਆਂ ਕਰੀ ਜਾ ਰਹੇ। ਉਹਨਾਂ ਦੇ ਨਾਮ ਕੀ ਸੀ? ਦੇਵਾਰਾਮ, ਰਾਮਚੰਦ, ਤੇਹਲਦਾਸ, ਈਸ਼ਰਦਾਸ, ਫਤਿਹਚੰਦ। ਤੇ ਪਾਤਸ਼ਾਹ ਨੇ ਕਿਹਾ, ਕਹਿੰਦੇ ਠੀਕ ਹੈ, ਸਾਨੂੰ ਪੰਜ ਸੀਸ ਚਾਹੀਦੇ ਸੀ, ਅਸੀਂ ਪੰਜ ਸੀਸ ਸਾਨੂੰ ਮਿਲ ਗਏ, ਪਰ ਤੁਸੀਂ ਹੁਣ ਇੰਨੀਆਂ ਅਰਦਾਸਾਂ ਕਰ ਰਹੇ ਹੋ, ਇੰਨੀਆਂ ਬੇਨਤੀਆਂ ਕਰ ਰਹੇ ਹੋ, ਤੇ ਤੁਸੀਂ ਵੀ ਅੱਜ ਤੋਂ ਬਾਅਦ ਸਾਡੇ ਪੰਜ ਮੁਕਤੇ ਹੋਵੋਗੇ। ਤੇ ਸੰਗਤ ਜੀ ਜਦੋਂ ਉਹਨਾਂ ਨੂੰ ਪੰਜ ਮੁਕਤੇ ਪਾਤਸ਼ਾਹ ਨੇ ਕਹਿਤਾ ਕਿ ਤੁਸੀਂ ਸਾਡੇ ਪੰਜ ਮੁਕਤੇ ਕਹਿਲਾਓਗੇ, ਤਾਂ ਉਸ ਤੋਂ ਬਾਅਦ 11 ਸਿੱਖ ਉੱਠ ਕੇ ਹੋਰ ਆ ਗਏ। ਉਸ ਤੋਂ ਬਾਅਦ 11 ਸਿੱਖ ਜਦੋਂ ਉੱਠ ਕੇ ਆਏ, ਫਿਰ ਉਹਨਾਂ ਨੇ ਵੀ ਅੰਮ੍ਰਿਤ ਛਕਿਆ। ਉਹਨਾਂ ਨੇ ਵੀ ਖੰਡੇ ਬਾਟੇ ਦੀ ਪੋਹਲ ਲਿੱਤੀ ਔਰ ਅੰਮ੍ਰਿਤ ਛਕਿਆ। ਸੰਗਤ ਜੀ ਜਦੋਂ ਅੰਮ੍ਰਿਤ ਦੀ ਪੋਹਲ ਲਿੱਤੀ, ਜਦੋਂ ਪਾਤਸ਼ਾਹ ਨੇ ਇਹ ਸਾਰੀਆਂ ਦਾਤਾਂ ਬਖਸ਼ੀਆਂ, ਤੇ ਜਦੋਂ ਅੰਮ੍ਰਿਤ ਛਕ ਕੇ ਜਿਹੜੇ ਕਹਿੰਦੇ ਉੱਠ ਕੇ ਆਏ, ਕਹਿੰਦੇ ਪਾਤਸ਼ਾਹ ਜਿਹੜੇ ਪੰਜ ਪਿਆਰੇ ਜਦੋਂ ਬਣ ਗਏ, ਜਦੋਂ ਅੰਮ੍ਰਿਤ ਛਕ ਲਿਆ, ਤੇ ਆ ਕੇ ਪਾਤਸ਼ਾਹ ਨੂੰ ਕਹਿੰਦੇ ਪਾਤਸ਼ਾਹ ਦੱਸੋ ਪਹਿਲਾਂ ਕਿੱਥੇ ਹਮਲਾ ਕਰੀਏ, ਦਿੱਲੀ ਤੇ ਹਮਲਾ ਕਰੀਏ ਕਿ ਲਾਹੌਰ ਤੇ ਹਮਲਾ ਕਰੀਏ? ਪਾਤਸ਼ਾਹ ਕਹਿੰਦੇ ਕੀ ਗੱਲ ਹੈ, ਕੱਲ ਤੇ ਤੁਸੀਂ ਕਹਿੰਦੇ ਸੀ ਕਿ ਅਸੀਂ ਕੁਝ ਕਰਨ ਚ ਸਮਰਥ ਨਹੀਂ ਹੈਗੇ, ਅਸੀਂ ਤੇ ਕੁਝ ਕਰ ਹੀ ਨਹੀਂ ਸਕਦੇ, ਅਸੀਂ ਤੇ ਕੁਝ ਕਰ ਹੀ ਨਹੀਂ ਪਾਵਾਂਗੇ, ਤੇ ਹੁਣ ਕੀ ਹੋ ਗਿਆ? ਤੇ ਹੱਥ ਜੋੜ ਕੇ ਖੜੇ ਹੋ ਗਏ, ਕਹਿੰਦੇ ਪਾਤਸ਼ਾਹ ਪਤਾ ਨਹੀਂ ਤੁਸੀਂ ਖੰਡੇ ਬਾਟੇ ਚ ਕੀ ਭਰਿਆ ਸੀ, ਪਤਾ ਨਹੀਂ ਪਾਤਸ਼ਾਹ ਤੁਸੀਂ ਖੰਡੇ ਬਾਟੇ ਚ ਸਾਨੂੰ ਕੀ ਘੋਲ ਕੇ ਪਿਆਇਆ, ਕਿ ਜੋ ਸਾਡੀਆਂ ਕੱਲ ਅਸੀਂ ਜੋ ਕਹਿ ਰਹੇ ਸੀ ਪਾਤਸ਼ਾਹ ਅੱਜ ਤੇ ਸਾਡੀਆਂ ਗੱਲਾਂ ਹੀ ਹੋਰ ਨੇ। ਪਾਤਸ਼ਾਹ ਅੱਜ ਤੇ ਸਾਨੂੰ ਖੁਦ ਨੂੰ ਨਹੀਂ ਪਤਾ ਚੱਲ ਰਿਹਾ ਅਸੀਂ ਕੀ ਗੱਲਾਂ ਕਰ ਰਹੇ ਹਾਂ। ਤੇ ਇਹੋ ਜਿਹੇ ਯੋਧਾ ਪਾਤਸ਼ਾਹ ਨੇ ਬਣਾਏ, ਜੋ ਚਿੜੀਆਂ ਨੂੰ ਪਾਤਸ਼ਾਹ ਨੇ ਬਾਜਾਂ ਦੇ ਨਾਲ ਲੜਾਇਆ। ਤੇ ਐਸੇ ਗੁਰੂ ਨੂੰ ਅਸੀਂ ਜਿੰਨਾ ਬਲ ਜਾਈਏ, ਜਿੰਨਾ ਸ਼ੁਕਰਾਨਾ ਕਰੀਏ ਸੰਗਤ ਜੀ ਓਨਾ ਘੱਟ ਹੈ। ਫਿਰ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਤੇ ਫਿਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਸੰਗਤ ਜੀ, ਉੱਥੇ ਫਿਰ ਪਾਤਸ਼ਾਹ ਨੇ 2 ਬਾਣੀਆਂ ਹੋਰ ਉਚਾਰੀਆਂ, ਖਾਲਸਾ ਮਹਿਮਾ ਤੇ ਅਤ ਨਿਸ਼ਾਨੀ ਸਿੱਖੀ ਰਹਿਤ। ਔਰ ਸੇਮ ਡੇ ਪਾਤਸ਼ਾਹ ਨੇ ਫਿਰ ਸ਼ਾਮ ਦੇ ਸਮੇਂ ਇੱਕ ਪਾਤਸ਼ਾਹ ਨੇ ਬਾਣੀ ਹੋਰ ਉਚਾਰੀ, ਬਾਣੀ ਉਗਰਦੰਤੀ ਛਕਾ ਭਗੌਤੀ ਜੀ ਕਾ ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ। ਇਹ ਸਾਰੀਆਂ ਬਾਣੀਆਂ ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਦੇ ਵਿੱਚ, ਸ਼੍ਰੀ ਦਸਮ ਗ੍ਰੰਥ ਦੇ ਵਿੱਚ ਦਰਜ ਨੇ ਸੰਗਤ ਜੀ। ਤੇ ਇਹ ਜੋ ਭਗਤੀ ਔਰ ਸ਼ਕਤੀ ਦਾ ਮਿਲਾਪ ਹੈ ਖਾਲਸਾ, ਦੇਗ ਔਰ ਤੇਗ ਦਾ ਮਿਲਾਪ ਹੈ ਖਾਲਸਾ। ਜਿੰਨਾ ਖਾਲਸਾ ਪਾਤਸ਼ਾਹ ਨੇ ਰਹਿਤ ਵੀ ਦੱਸੀ ਹੈ,
कि मेरा पातशाह निंदा नहीं करेगा, चुगली नहीं करेगा, सारिਆਂ ਨੂੰ ਇੱਕੋ ਜਿਹਾ ਮੰਨੇਗਾ। ਸੰਗਤ ਜੀ ਇਹ ਤੇ ਰਹਿਤਨਾਮਾ ਵੀ ਫਿਰ ਅਸੀਂ ਕਦੀ ਅਗਲੀ ਵਾਰ ਡਿਸਕਸ ਕਰਾਂਗੇ, ਜਦੋਂ ਅਗਲੀ ਵਾਰੀ ਸਾਖੀ ਜਦੋਂ ਅਸੀਂ ਕਰਾਂਗੇ। ਤੇ ਸੰਗਤ ਜੀ ਇਹੋ ਜਿਹੇ ਗੁਰੂ ਨੂੰ ਜਿੰਨਾ ਨਮਸਕਾਰ ਕਰੀਏ, ਕਿਉਂਕਿ ਉਹਨਾਂ ਨੇ ਆਪਣੇ ਕੋਲ ਕੁਛ ਨਹੀਂ ਰੱਖਿਆ ਸੰਗਤ ਜੀ, ਸਾਰਾ ਕੁਛ ਉਹਨਾਂ ਨੇ ਸਾਡੀ ਝੋਲੀ ਚ ਪਾਤਾ। ਹੁਣ ਅੱਗੇ ਸਾਡੀ ਡਿਊਟੀ ਬਣਦੀ ਹੈ, ਅਸੀਂ ਕਿੰਨੀ ਅਸੀਂ ਇਹ ਰਾਜ ਜੋ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ, ਹਰ ਇੱਕ ਖਾਲਸੇ ਨੂੰ ਪਾਤਸ਼ਾਹ ਨੇ ਬਾਦਸ਼ਾਹ ਬਣਾ ਦਿੱਤਾ। ਸਿੱਖ ਦੇ ਸਿਰ ਦੇ ਉੱਤੇ ਦਸਤਾਰ ਸਜਾ ਦਿੱਤੀ, ਹਰ ਇੱਕ ਨੂੰ ਬਾਦਸ਼ਾਹ ਬਣਾਤਾ। ਬਾਦਸ਼ਾਹ ਜੋ ਸ਼ਸਤਰ ਧਾਰਨ ਕਰ ਸਕਦੇ ਸੀ, ਉਹ ਸਾਰੇ ਸ਼ਸਤਰ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਧਾਰਨ ਕਰਾਤੇ। 24 ਘੰਟੇ ਵਾਸਤੇ, ਹਮੇਸ਼ਾ ਵਾਸਤੇ ਪਾਤਸ਼ਾਹ ਨੇ ਆਪਣੇ ਹਰ ਇੱਕ ਸਿੱਖ ਨੂੰ बादशाह बना देता। ते ऐसे गुरु को बल बल जाइए, आप मुकत मोहि तारे। संगत जी ऐसे गुरु नु नमस्कार नमस्कार नमस्कार। संगत जी भुल्लां चुक्कां हो गईयां होण ते माफी दे देना संगत जी। आओ असी हुण असी शब्द पढ़दे हां। शब्द पढ़दा जाइए संगत जी, 4 मिनट रह गए, 4 मिनट च शब्द पूरा हो जाएगा। कोई गल नहीं, 5-6-7 मिनट भी लग जाए, कोई ऐसी आनंद नाल शब्द गाओ। बहुत बहुत जयते गं 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 जयते गं। जय जय जग कारण श्रेष्ठ उबारण जय जय जग कारण श्रेष्ठ उबारण मम प्रतिपारण जयते गं मम प्रतिपारण जयते गं 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 जयते गं। खखंड बिहंडंग खाले दाले खंडंग खखंड बिहंडंग खाले दाले खंडंग अतरण मंडंग बर बंडंग अतरण मंडंग बर बंडंग जयते गं 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 जयते गं। भुजदंड अखंडंग तेज प्रचंडंग भुजदंड अखंडंग तेज प्रचंडंग ज्योति अमंडंग पान प्रभंग ज्योति अमंडंग पान प्रभंग जयते गं जयते गं जयते गं जयते जय जय जग कारण श्रेष्ठ उबारण जय जय जग कारण श्रेष्ठ उबारण मम प्रतिपारण जयते गं मम प्रतिपारण जयते गं जयते गं जयते गं
जय तेगम जय तेगम। सुख संता करणंग दुर्मत दरणं। सुख संता करणंग दुर्मत दरणं। किल बिख हरणं अस शरणं। किल बिख हरणं अस शरणं। जय तेगं 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 जय तेगं। जय जय जग कारण श्रेष्ठ उबारण। जय जय जग कारण श्रेष्ठ उबारण। मम प्रतिपारण जय तेगं मम प्रतिपारण जय तेगं 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 जय तेगं। वाहिगुरु वाहिगुरु जी का बोले खालसा वाहिगुरु जी सोनिहाल। सत श्री श्री अकाल। सेवा साई पावे महाराज। श्री महाराज इतिहास सत्यकारी बोलो पूरा इतिहास है निश्चित करना सुनिया। बोले सोनिहाल। श्री अकाल। बोले सोनिहाल। श्री अकाल। जी वाहिगुरु जी का खालसा खालसा वाहिगुरु जी वाहिगुरु जी की की फतेह।